क्योंकि उस वेले बहुत सारे इस तरह के केस होए ने, बहुत सारे लोग नामजद भी होए ने, बहुतिਆਂ ਨੂੰ ਇਨਸਾਫ ਵੀ ਮਿਲਿਆ ਕਿਤੇ ਨਾ ਕਿਤੇ, ਪਰ ਇਹ ਕੇਸ ਉਹਨਾਂ ਦੇ ਨਾਲੋਂ ਵੱਖਰਾ ਕਿਵੇਂ ਹੈ? ਸੁਮੇਧ ਸਿੰਘ ਸੈਣੀ ਟ੍ਰਾਇਲ ਤਾਂ ਭੁਗਤਦਾ ਗਿਆ, ਬਟ ਉਹਨੇ ਕਦੇ ਵੀ ਉਹ ਟ੍ਰਾਇਲ ਦਿੱਲੀ ਤੱਕ ਟ੍ਰਾਂਸਫਰ ਹੋਈ ਇਹਦਾ ਇੰਨਾ ਇਨਫਲੂਐਂਸ ਸੀ ਜੀ। ਸੁਮੇਧ ਸਿੰਘ ਸੈਣੀ ਤਾਂ ਵੀ ਇੱਕ ਕੋਰਟ ਦੇ ਵਿੱਚ ਝੂਠ ਮਾਰਦਾ ਰਿਹਾ ਜੀ, ਮੈਂ ਤੇ ਅੱਤਵਾਦ ਨਾਲ ਲੜਿਆ। ਉਸ ਕੇਸ ਨੇ ਸੀਬੀਆਈ ਵਾਲੇ ਕੇਸ ਨੇ ਸੁਮੇਧ ਸੈਣੀ ਦੀ ਅਸਲੀਅਤ ਬਾਹਰ ਲਿਆਂਦੀ। ਦੂਜੀ ਵਾਰੀ ਅੱਜ ਉਹ ਅਸਲੀਅਤ ਇਸ ਕੇਸ ਦੇ ਸਾਹਮਣੇ ਲਿਆਂਦੀ ਹੈ। ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕਿਆ ਜਾਂਦਾ ਹੈ ਕਿਉਂਕਿ ਸੁਮੇਧ ਸਿੰਘ ਸੈਣੀ ਤੇ ਬਲਾਸਟ ਹੋਇਆ ਜੀ, ਲੇਕਿਨ ਉਹਨੂੰ ਉਸ ਕੇਸ ਦੇ ਵਿੱਚ ਐਜ਼ ਅਕਿਊਜ਼ ਨਾਮਜ਼ਦ ਕਰਕੇ ਨਹੀਂ ਚੁੱਕਿਆ ਜਾਂਦਾ। ਇਹਦਾ ਮਤਲਬ ਅਸਲ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਪਤਾ ਸੀ ਕਿ ਬਲਵੰਤ ਸਿੰਘ ਮੁਲਤਾਨੀ ਦਾ ਕੋਈ ਰੋਲ ਨਹੀਂ ਹੈ, ਉਹ ਦੋਸ਼ੀ ਨਹੀਂ ਹੈ, ਉਹ ਦੋਸ਼ੀ ਨਹੀਂ ਹੈ। ਇਨੋਸੈਂਟ ਲੋਕ ਚੁੱਕੇ, ਟੌਰਚਰ ਕੀਤੇ, ਟੌਰਚਰ ਕਰਦਿਆਂ ਉਹਨਾਂ ਨੂੰ ਮਾਰ ਦਿੱਤਾ, ਮਾਰ ਕੇ ਉਹਨਾਂ ਨੂੰ ਡਿਸਪੋਜ਼ ਆਫ ਕਰਤੀਆਂ ਬੋਡੀਜ਼। ਆਪਣੀ ਵਰਦੀ ਦੀ ਦੁਰਵਰਤੋਂ ਕਰਕੇ ਉਹਨਾਂ ਲੋਕਾਂ ਤੇ ਝੂਠੇ ਕੇਸ ਪਲਾਂਟ ਕੀਤੇ। ਸਮਾਂ ਬਹੁਤ ਆ ਗਿਆ ਫਿਰ ਵਿੱਚ, ਉਦੋਂ ਬਾਅਦ ਤਾਂ ਉਹ ਬਹੁਤ ਵਾਰੀ ਅਪਗ੍ਰੇਡ ਵੀ ਹੁੰਦੇ ਨੇ। ਇਸੇ ਕਰਕੇ ਤਾਂ ਚੀਜ਼ ਹੁੰਦੀ ਹੈ, ਇਸੇ ਕਰਕੇ ਇਸ ਚੀਜ਼ ਨੂੰ ਮੁਖੌਟਾ ਉਤਾਰਿਆ ਕਿ ਸੁਮੇਧ ਸਿੰਘ ਸੈਣੀ ਕਿਹੋ ਜਿਹਾ ਅਫਸਰ ਸੀ, ਸਾਰਿਆਂ ਦੇ ਸਾਹਮਣੇ ਉਹ ਕੀ ਸ਼ੋਅ ਕਰਦਾ ਸੀ। ਪਰ ਉਦੋਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਉਸ ਤਰ੍ਹਾਂ ਦੇ ਆਫੀਸਰ ਸੀ ਜਾਂ ਐਸਐਸਪੀ ਸੀ, ਕੋਈ ਕਿਸੇ ਵੀ ਅਹੁਦੇ ਤੇ ਸੀ, ਚਾਹੇ ਉਹ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਹੀ ਸੀ, ਉਹਨਾਂ ਵਾਸਤੇ ਇਹ ਚੀਜ਼ ਆਮ ਸੀ? ਸੁਮੇਧ ਸਿੰਘ ਸੈਣੀ ਨੇ ਰੈਪੂਟੇਸ਼ਨ ਹੀ ਇਹੋ ਜਿਹੀ ਬਣਾਈ ਸੀ ਕਿ ਹਰ ਬੰਦੇ ਨੂੰ ਪਤਾ ਸੀ ਕਿ ਇਹ ਡਰਾ ਕੇ ਧਮਕਾ ਕੇ ਝੂਠੇ ਪਰਚੇ ਕਰਕੇ ਐਲੀਮੀਨੇਟ ਕਰ ਦਿੰਦਾ। ਉਹਨੇ ਉਸ ਚੀਜ਼ ਨੂੰ ਇੰਜੋਏ ਕੀਤਾ। ਬਲਵਿੰਦਰ ਸਿੰਘ ਮੁਲਤਾਨੀ ਹੋਣਾ ਦਾ ਕੇਸ ਹੈ ਜਿਹੜਾ 29 ਸਾਲ ਪੁਰਾਣਾ, 29 ਸਾਲ ਦੇ ਵਕਫੇ ਦੇ ਵਿੱਚ ਸੁਮੇਧ ਸਿੰਘ ਸੈਣੀ ਜਾਬਰਤਾ ਸੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਧਾਕੜ ਵੀ ਬਹੁਤ ਹੋ ਗਿਆ ਸੀ? ਉਹਨੇ ਆਪਣੀ ਇੱਕ ਵੱਖਰੀ ਫੋਰਸ ਤਿਆਰ ਕਰ ਲਈ ਸੀ ਜਿਹਨੇ ਉਹਨੂੰ ਪ੍ਰੋਟੈਕਟ ਕਰਨਾ ਸੀ, ਤੇ ਇਸ ਵੇਲੇ ਉਹਨੂੰ ਮਤਲਬ ਦੋਸ਼ੀ ਠਹਿਰਾਉਣਾ ਜਾਂ ਦੋਸ਼ੀ ਠਹਿਰਾਉਣ ਤੋਂ ਬਾਅਦ ਗ੍ਰਿਫਤਾਰ ਕਰਵਾਉਣਾ, ਫਿਰ ਉਹਨੂੰ ਕਸਟਡੀ ਦੇ ਵਿੱਚ ਲੈ ਕੇ ਉਹਦੇ ਤੋਂ ਪੁੱਛਗਿੱਛ ਕਰਨੀ, ਕਾਫੀ ਲੰਬਾ ਪ੍ਰੋਸੈਸ ਹੋ ਗਿਆ। ਉਹਨੂੰ ਪ੍ਰੋਟੈਕਸ਼ਨ ਦੇਣ ਵਾਲੇ ਕਾਫੀ ਹੋ ਗਏ। ਹੁਣ ਜੇ ਸੈਣੀ ਦੇ ਖਿਲਾਫ 302 ਲੱਗੀ ਔਰ ਭੱਜਿਆ, ਜੇ ਐਸਆਈਟੀ ਉਹਨੂੰ ਨਹੀਂ ਫੜ ਪਾ ਰਹੀ ਹੈ, ਪੰਜਾਬ ਸਰਕਾਰ ਨੂੰ ਇੰਟੈਲੀਜੈਂਸ ਵਿੰਗ ਇੰਨਾ ਵੱਡਾ ਹੁੰਦਿਆਂ ਨਹੀਂ ਪਤਾ ਲੱਗ ਰਿਹਾ ਕਿ ਉਹ ਕਿੱਥੇ ਗਿਆ, ਉਹਨਾਂ ਦੀ ਮਰਜ਼ੀ। ਜਦੋਂ ਇੱਕ ਵਾਰੀ ਅਰੈਸਟ ਹੋ ਗਿਆ, ਵੈਰੀ ਸ਼ੋਰ ਇਹ ਸਾਰੀ ਡਿਟੇਲ ਦੇਊਗਾ। ਜਿਹਦੇ 'ਚ ਕੋਈ ਇੰਨੇ ਇਹ ਦਲੇਰ ਅਫਸਰ ਨਹੀਂ ਹੈ, ਇਹ ਡਰਪੋਕ ਅਫਸਰ ਹੈ ਔਰ ਇਹ ਸਾਰੀ ਡਿਟੇਲ ਦੇਊਗਾ ਆਪੇ। ਕਹਿੰਦੇ ਨੇ ਪੰਜਾਬ ਪੁਲਿਸ ਕੋਲੇ ਬਹੁਤ ਵੱਡਾ ਤੰਤਰ ਹੈ ਜੀ, ਬਹੁਤ ਵੱਡੀ ਤਾਕਤ ਹੈ ਸਰਕਾਰਾਂ ਨੇ ਦਿੱਤੀ ਹੋਈ। ਸੁਮੇਧ ਸਿੰਘ ਸੈਣੀ ਵਾਸਤੇ ਕਿਉਂ ਨਹੀਂ ਵਰਤੀ ਜਾ ਰਹੀ? ਤੂੰ इधर उधर की ना बात कर, ये बता के काफिला क्यों लुटा जी, मुझे राहजन से गरज नहीं तेरी राहबरी का सवाल। ਸਤਿ ਸ਼੍ਰੀ ਅਕਾਲ, ਤੁਸੀਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਪੰਜਾਬ ਦੇ ਲਈ ਇੱਕ ਕਾਲਾ ਦੌਰ ਸੀ। ਉਸ ਦੌਰ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਮਿਲੀਟੈਂਸੀ ਦੇ ਨਾਮ ਤੇ, ਅੱਤਵਾਦ ਦੇ ਨਾਮ ਤੇ ਗ੍ਰਿਫਤਾਰੀਆਂ ਹੁੰਦੀਆਂ ਸੀ, ਟੌਰਚਰ ਹੁੰਦਾ ਸੀ, ਤੇ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਕਿ ਝੂਠੇ ਮੁਕਾਬਲਿਆਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹਨਾਂ ਦੇ ਪਰਿਵਾਰ ਅੱਜ ਵੀ ਲਗਭਗ 30 ਸਾਲ ਦਾ ਸਮਾਂ ਹੋ ਚੱਲਿਆ, ਅੱਜ ਵੀ ਆਪਣੇ ਬੱਚਿਆਂ ਦੇ ਜਾਂ ਆਪਣੇ ਰਿਸ਼ਤੇਦਾਰਾਂ ਦੇ, ਆਪਣੇ ਨਜ਼ਦੀਕੀਆਂ ਨੂੰ ਇਨਸਾਫ ਦੇ ਲਈ ਠੋਕਰਾਂ ਖਾ ਰਹੇ ਆ। ਅਦਾਲਤਾਂ ਦੇ ਲਗਾਤਾਰ ਗੇੜੇ ਲੱਗ ਰਹੇ ਆ। ਉਹਨਾਂ ਦੇ ਵਿੱਚ ਇੱਕ ਕੇਸ ਸੀ ਬਲਵਿੰਦਰ ਸਿੰਘ ਮੁਲਤਾਨੀ ਹੋਰਾਂ ਦਾ, ਜਿਨ੍ਹਾਂ ਦੇ ਕੇਸ ਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਦੇ ਸਾਬਕਾ ਡੀਜੀਪੀ ਤੇ ਧਾਕੜ ਅਫਸਰ ਕਹਾਉਣ ਵਾਲੇ ਸੁਮੇਧ ਸੈਣੀ ਹੋਰਾਂ ਨੂੰ ਮੁਲਜ਼ਮ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। 1991 ਦੇ ਵਿੱਚ ਬਲਵਿੰਦਰ ਸਿੰਘ ਮੁਲਤਾਨੀ ਹੋਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਉਹਨਾਂ ਤੇ FIR ਲਾਂਚ ਹੁੰਦੀ ਹੈ, ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਹੈ। ਤਾਂ ਉਸ ਵੇਲੇ ਚੰਡੀਗੜ੍ਹ ਦੇ SSP ਸੀ ਸੁਮੇਧ ਸੈਣੀ। ਇਸ ਵੇਲੇ ਉਹਨਾਂ ਦੇ ਕੇਸ ਦੀ ਦਿਸ਼ਾ ਕੀ ਹੈ, ਕੀ ਕੁਝ ਉਹਨਾਂ ਦੇ ਕੇਸ ਦੇ ਵਿੱਚ ਹੋਇਆ ਹੈ, ਤੇ ਇਹ ਕੇਸ ਹਾਈ ਪ੍ਰੋਫਾਈਲ ਕਿਵੇਂ ਬਣ ਗਿਆ ਤੇ ਕਿਉਂ ਬਣ ਗਿਆ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੀੜਿਤ ਪਰਿਵਾਰ ਦੇ ਵਕੀਲ ਪ੍ਰਦੀਪ ਸਿੰਘ ਵਿਰਕ ਜੀ ਹੈ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਂਦੇ ਹਾਂ ਸਰ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਹਾਈ ਪ੍ਰੋਫਾਈਲ ਕੇਸ ਹੋ ਗਿਆ ਜੀ ਸੁਮੇਧ ਸਿੰਘ ਸੈਣੀ ਹੋਰਾਂ ਦੇ ਕਰਕੇ, ਕਿਉਂਕਿ ਟੌਰਚਰ ਵੀ ਜਿਸ ਤਰੀਕੇ ਦੀਆਂ ਨਿਊਜ਼ ਆ ਰਹੀਆਂ, ਜਿਸ ਤਰੀਕੇ ਦੇ ਇੰਟਰਵਿਊਜ਼ ਹੋਏ ਨੇ, ਇਹ ਪਤਾ ਲੱਗਦਾ ਕਿ ਟੌਰਚਰ ਬਹੁਤ ਜ਼ਿਆਦਾ ਸੀ, ਤਸ਼ੱਦਦ ਬੇਇੰਤਹਾ ਸੀ।
ਇਹ ਕੇਸ ਬਾਕੀਆਂ ਦੇ ਨਾਲੋਂ ਵੱਖਰਾ ਕਿਵੇਂ ਹੈ? ਕਿਉਂਕਿ ਉਸ ਵੇਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਹੋਏ ਨੇ, ਬਹੁਤ ਸਾਰੇ ਲੋਕ ਨਾਮਜ਼ਦ ਵੀ ਹੋਏ ਨੇ, ਬਹੁਤਿਆਂ ਨੂੰ ਇਨਸਾਫ ਵੀ ਮਿਲਿਆ ਕਿਤੇ ਨਾ ਕਿਤੇ, ਪਰ ਇਹ ਕੇਸ ਉਹਨਾਂ ਦੇ ਨਾਲੋਂ ਵੱਖਰਾ ਕਿਵੇਂ ਹੈ? ਦੇਖੋ, ਇਹ ਕੇਸ ਬਹੁਤ ਐਂਗਲਸ ਤੋਂ ਵੱਖਰਾ ਹੈ, ਪਰ ਮੇਨ ਜਿਹੜੀ ਇਹਦੇ ਚੀਜ਼ ਹਾਈਲਾਈਟ ਹੋ ਰਹੀ ਹੈ ਇਸ ਕੇਸ ਦੇ ਵਿੱਚ, ਸੁਮੇਧ ਸਿੰਘ ਸੈਣੀ ਜੀ ਨੇ ਅੱਜ ਤੱਕ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇੱਕ ਬੜਾ ਅਪਰਾਈਟ ਆਫਿਸਰ ਰਿਹਾ ਹੈ ਔਰ ਉਹਨੇ ਅੱਤਵਾਦ ਦੇ ਖਿਲਾਫ ਬੜੀ ਕਾਮਯਾਬੀ ਨਾਲ ਲੜਾਈ ਲੜੀ, ਉਹਨੇ ਬਹੁਤ ਉਸ ਲੜਾਈ ਦੇ ਵਿੱਚ ਅੱਤਵਾਦੀ ਮਾਰੇ। ਇਸ ਕੇਸ ਨੇ ਸੁਮੇਧ ਸਿੰਘ ਸੈਣੀ ਦਾ ਉਹ ਮੁਖੌਟਾ ਉਤਾਰ ਦਿੱਤਾ ਹੈ। ਉਹ ਮੁਖੌਟਾ ਅਸਲ ਦੇ ਵਿੱਚ ਤਾਂ 94 ਦੇ ਵਿੱਚ ਹੀ ਉਤਰ ਗਿਆ ਸੀ, ਜਦੋਂ ਸੁਮੇਧ ਸਿੰਘ ਸੈਣੀ ਦੇ ਖਿਲਾਫ ਇਨਵੈਸਟੀਗੇਸ਼ਨ ਸੀਬੀਆਈ ਨੂੰ ਦਿੱਤੀ ਗਈ। ਲੁਧਿਆਣਾ ਦੇ ਵਿੱਚ ਇੱਕ ਫੈਮਿਲੀ ਨੂੰ ਪਰਸਨਲ ਦੁਸ਼ਮਣੀ ਕਰਕੇ ਸੁਮੇਧ ਸੈਣੀ ਨੇ ਐਲੀਮੀਨੇਟ ਕੀਤਾ, ਹਾਈ ਕੋਰਟ ਨੇ ਉਹ ਕੇਸ ਸੀਬੀਆਈ ਨੂੰ ਦਿੱਤਾ ਔਰ ਸੀਬੀਆਈ ਨੂੰ ਪ੍ਰੋਸੀਕਿਊਟ ਵੀ ਕਰਨ ਲੱਗ ਗਈ ਜੀ। ਹੁਣ ਉਸ ਫੈਮਿਲੀ ਦਾ ਟੈਰਰਿਜ਼ਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਜੀ, ਕੋਈ ਹਿੰਦੂ ਫੈਮਿਲੀ ਸੀ, ਪਰਸਨਲ ਦੁਸ਼ਮਣੀ ਸੀ ਸੁਮੇਧ ਸੈਣੀ ਨੇ, ਤਾਂ ਇਹਨੇ ਉਹਨਾਂ ਨੂੰ ਮਾਰਤਾ। ਸੀਬੀਆਈ ਨੇ ਤਫਤੀਸ਼ ਕਰਕੇ ਚਲਾਨ ਵੀ ਪੇਸ਼ ਕਰਤਾ। ਹੁਣ ਉਸ ਵੇਲੇ ਮੈਂ ਜਾਣ ਕੇ ਉਸ ਕੇਸ ਦੀ ਹਿਸਟਰੀ ਦੇ ਰਿਹਾ ਕਿਉਂਕਿ ਤੁਸੀਂ ਮੈਨੂੰ ਪੁੱਛਿਆ ਹੈ ਕਿ ਕੇਸ ਅੱਡ ਕਿਵੇਂ ਹੈ। ਜੀ ਬਿਲਕੁਲ। ਹੁਣ ਉਸ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਟ੍ਰਾਇਲ ਤਾਂ ਭੁਗਤਦਾ ਗਿਆ, ਬਟ ਉਹਨੇ ਕਦੇ ਵੀ, ਉਹ ਟ੍ਰਾਇਲ ਦਿੱਲੀ ਤੱਕ ਟ੍ਰਾਂਸਫਰ ਹੋਈ, ਇਹਦਾ ਇੰਨਾ ਇਨਫਲੂਐਂਸ ਸੀ ਜੀ। ਸੁਮੇਧ ਸਿੰਘ ਸੈਣੀ ਤਾਂ ਵੀ ਇੱਕ ਕੋਰਟ ਦੇ ਵਿੱਚ ਝੂਠ ਮਾਰਦਾ ਰਿਹਾ ਜੀ, ਮੈਂ ਤੇ ਅੱਤਵਾਦ ਨਾਲ ਲੜਿਆ, ਮੈਨੂੰ ਤਾਂ ਬਹੁਤ ਵੱਡੀਆਂ ਫੋਰਸਿਸ ਅਪੋਜ਼ ਕਰ ਰਹੀਆਂ ਕਿਉਂਕਿ ਮੈਂ ਪੰਜਾਬ ਦੇ ਵਿੱਚ ਅੱਤਵਾਦ ਖਤਮ ਕੀਤਾ, ਕਿਉਂਕਿ ਮੈਂ ਅੱਤਵਾਦੀ ਮਾਰੇ ਜੀ। ਉਸ ਕੇਸ ਨੇ, ਸੀਬੀਆਈ ਵਾਲੇ ਕੇਸ ਨੇ ਸੁਮੇਧ ਸੈਣੀ ਦੀ ਅਸਲੀਅਤ ਬਾਹਰ ਲਿਆਂਦੀ। ਦੂਜੀ ਵਾਰੀ ਅੱਜ ਉਹ ਅਸਲੀਅਤ ਇਸ ਕੇਸ ਨੇ ਸਾਹਮਣੇ ਲਿਆਂਦੀ ਹੈ। ਉਹ ਕਿਸ ਤਰ੍ਹਾਂ ਇਹ ਕੇਸ ਡਿਫਰੈਂਟ ਹੈ ਵੇਖੋ। ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕਿਆ ਜਾਂਦਾ ਹੈ ਕਿਉਂਕਿ ਸੁਮੇਧ ਸਿੰਘ ਸੈਣੀ ਤੇ ਬਲਾਸਟ ਹੋਇਆ ਜੀ, ਲੇਕਿਨ ਉਹਨੂੰ ਉਸ ਕੇਸ ਦੇ ਵਿੱਚ ਐਜ਼ ਅਕਿਊਜ਼ ਨਾਮਜ਼ਦ ਕਰਕੇ ਨਹੀਂ ਚੁੱਕਿਆ ਜਾਂਦਾ, ਜਿਹਦਾ ਮਤਲਬ ਹੈ ਜਦੋਂ ਬਲਵੰਤ ਸਿੰਘ ਮੁਲਤਾਨੀ ਨੂੰ, ਮੰਨ ਲਓ ਜੇ ਐਕਚੁਅਲੀ ਕੋਈ ਬੰਦਾ ਬਲਾਸਟ ਕੇਸ ਦੇ ਵਿੱਚ ਅਕਿਊਜ਼ਡ ਸੀਗਾ ਤੇ ਉਹਨੂੰ ਨਾਮਜ਼ਦ ਕਰਕੇ ਚੁੱਕਣ 'ਚ ਕੀ ਪ੍ਰੋਬਲਮ ਸੀ ਜੀ? ਬਿਲਕੁਲ। ਇਹਦਾ ਮਤਲਬ ਅਸਲ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਪਤਾ ਸੀ ਕਿ ਬਲਵੰਤ ਸਿੰਘ ਮੁਲਤਾਨੀ ਦਾ ਕੋਈ ਰੋਲ ਨਹੀਂ ਹੈ, ਉਹ ਦੋਸ਼ੀ ਨਹੀਂ ਹੈ, ਉਹ ਦੋਸ਼ੀ ਨਹੀਂ ਹੈ। ਨਹੀਂ ਤਾਂ ਅਗਸਤ 1991 ਦੇ ਵਿੱਚ ਸੁਮੇਧ ਸਿੰਘ ਸੈਣੀ ਤੇ ਬਲਾਸਟ ਹੋਇਆ ਸੀ। ਸੁਮੇਧ ਸਿੰਘ ਸੈਣੀ ਉਸੇ ਵੇਲੇ ਉਹਨੂੰ ਨਾਮਜ਼ਦ ਕਰਕੇ ਉਹ ਪੁਲਿਸ ਵਾਲੇ ਫਿਰ ਫੜਦੇ, ਜੋ ਪ੍ਰੋਸੀਜਰ ਹੁੰਦਾ ਹੈ ਕਾਨੂੰਨੀ ਤੌਰ ਤੇ, ਉਹ ਨਹੀਂ ਹੋਇਆ। 11 ਦਸੰਬਰ 1991 ਨੂੰ ਬਲਵੰਤ ਮੁਲਤਾਨੀ ਨੂੰ ਚੁੱਕਿਆ ਗਿਆ। 13 ਦਸੰਬਰ ਨੂੰ ਉਹਦੇ ਤੇ ਇੱਕ ਝੂਠਾ ਪਰਚਾ ਦਰਜ ਕੀਤਾ ਜੀ। 2 ਦਿਨ ਤੋਂ ਟੌਰਚਰ, ਲਗਾਤਾਰ ਟੌਰਚਰ ਕਰਨ ਤੋਂ ਬਾਅਦ, ਪਹਿਲਾਂ ਟੌਰਚਰ ਕੀਤਾ ਜਾਂਦਾ ਹੈ, ਪਹਿਲਾਂ 2 ਦਿਨ ਟੌਰਚਰ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਨਵੀਂ FIR ਕੀਤੀ ਜਾਂਦੀ ਹੈ। ਪੁਰਾਣੇ 'ਚ ਨਾਮਜ਼ਦ ਨਹੀਂ ਕਰਦੇ, ਪੁਰਾਣੇ 'ਚ ਨਾਮਜ਼ਦ ਬਹੁਤ ਲੇਟ ਕਰਦੇ ਆ, ਜਦੋਂ ਉਹਨੂੰ ਪ੍ਰੋਬੇਬਲੀ ਮਾਰ ਦਿੱਤਾ ਜਾਂਦਾ ਹੈ ਜਾਂ ਉਸ ਦੌਰਾਨ, ਟੌਰਚਰ ਦੌਰਾਨ ਜੀ। ਸ਼ੁਰੂ ਦੇ ਵਿੱਚ ਨਹੀਂ ਕੀਤਾ ਗਿਆ। ਇਸ ਕੇਸ ਦੀ ਬਹੁਤ ਇੰਪੋਰਟੈਂਟ ਗੱਲ ਹੈ। ਕਿਉਂ? ਉਦੋਂ ਤੱਕ ਬਲਵੰਤ ਸਿੰਘ ਮੁਲਤਾਨੀ, ਜੋ ਰਿਕਾਰਡਸ ਵੀ ਸ਼ੋ ਕਰ ਰਹੀ ਹੈ, ਇੱਕ ਬਿਲਕੁਲ ਇਨੋਸੈਂਟ ਬੰਦਾ ਸੀ, ਜਿਹਦੇ ਖਿਲਾਫ ਇੱਕ ਕੰਪਲੇਂਟ ਵੀ ਨਹੀਂ ਸੀ, ਜਿਹਦੇ ਖਿਲਾਫ ਕਦੇ ਕੋਈ ਸ਼ਿਕਾਇਤ ਨਹੀਂ ਹੋਈ ਐਡਮਿਨਿਸਟ੍ਰੇਟਿਵ ਸਾਈਡ ਤੇ, ਔਰ ਜਿਹੜਾ ਬੇਦਾਗ ਕਰੀਅਰ ਸੀ ਜਿਹਦਾ ਜੀ। ਸੋ ਸੁਮੇਧ ਸਿੰਘ ਸੈਣੀ ਜਿਹੜੇ ਆਪਣੇ ਮੁਕਾਬਲਿਆਂ ਦੀ ਗੱਲ ਕਰਦਾ ਹੈ, ਉਹ ਮੁਕਾਬਲੇ ਕਿੰਨੇ ਝੂਠੇ ਹੈ ਇਸ ਕੇਸ ਤੋਂ ਸਾਬਿਤ ਹੋ ਰਹੇ ਹੈ ਕਿ ਉਹਨੇ ਇਨੋਸੈਂਟ ਲੋਕਾਂ ਨੂੰ ਚੁੱਕਿਆ ਹੈ। ਇਹ ਸੈਕਿੰਡ ਕੇਸ ਹੈ ਸੁਮੇਧ ਸਿੰਘ ਸੈਣੀ ਦੇ ਖਿਲਾਫ ਜਿੱਥੇ ਆ ਚੀਜ਼ ਆ ਰਹੀ। ਇੱਕ ਵਾਰੀ ਬੰਦਾ ਕਹਿ ਸਕਦਾ ਹੈ ਕਿ ਜੀ ਆ ਹੋ ਗਿਆ, ਹਾਲਾਂਕਿ ਸੁਮੇਧ ਸੈਣੀ ਤਾਂ ਇੱਕ ਵਾਰੀ ਵੀ ਡਿਨਾਈ ਕਰ ਰਿਹਾ, ਆ ਤਾਂ ਦੂਜਾ ਕੇਸ ਸਾਹਮਣੇ ਆ ਗਿਆ ਜੀ। ਬਿਲਕੁਲ, ਕਿ ਸੁਮੇਧ ਸੈਣੀ ਨੇ ਅੱਤਵਾਦ ਦੇ ਨਾਲ ਲੜਨ ਦੇ ਕਵਰ ਦੇ ਵਿੱਚ ਲੋਕਾਂ ਨੂੰ ਚੁੱਕਿਆ ਔਰ ਝੂਠੇ ਕੇਸਾਂ 'ਚ ਫਸਾਇਆ। ਇਨੋਸੈਂਟ ਲੋਕ ਚੁੱਕੇ, ਟੌਰਚਰ ਕੀਤੇ, ਟੌਰਚਰ ਕਰਦਿਆਂ ਉਹਨਾਂ ਨੂੰ ਮਾਰ ਦਿੱਤਾ, ਮਾਰ ਕੇ ਉਹਨਾਂ ਨੂੰ ਡਿਸਪੋਜ਼ ਆਫ ਕਰਤੀਆਂ ਬੋਡੀਜ਼ ਜੀ। ਆਪਣੀ ਵਰਦੀ ਦੀ ਦੁਰਵਰਤੋਂ ਕਰਕੇ ਉਹਨਾਂ ਲੋਕਾਂ ਤੇ ਝੂਠੇ ਕੇਸ ਪਲਾਂਟ ਕੀਤੇ, ਔਰ ਉਹ ਝੂਠੇ ਕੇਸ ਪਲਾਂਟ ਕਰਨ ਤੋਂ ਬਾਅਦ ਤੁਸੀਂ ਵੇਖੋ ਸੈਣੀ ਦੇ ਬਲਾਸਟ ਕੇਸ ਦੇ ਵਿੱਚ ਵੀ ਅਕਿਊਜ਼ਡ ਬਰੀ ਹੋਏ ਹੈ ਜੀ। ਇੰਨੀ ਤਫਤੀਸ਼ ਸਹੀ ਸੀ ਤੇ ਬਰੀ ਕਿਉਂ ਹੋਏ? ਬਿਲਕੁਲ। ਸੋ ਉਸ ਤੋਂ ਬਾਅਦ ਫਾਈਨਲੀ ਜੋ ਸੁਮੇਧ ਸਿੰਘ ਸੈਣੀ ਤੇ ਗੱਲ ਆਉਂਦੀ ਹੈ ਕਿ ਅੱਤਵਾਦ ਨਾਲ ਲੜਾਈ ਤਾਂ ਕਿਤੇ ਸੀ ਹੀ ਨਹੀਂ ਤੇਰੀ, ਤੂੰ ਤਾਂ ਕਦੇ ਅੱਤਵਾਦ ਨਾਲ ਲੜਿਆ ਹੀ ਨਹੀਂ ਐਜ਼ ਐਨ ਆਫਿਸਰ, ਤੂੰ ਤਾਂ ਸਿਰਫ ਇਨੋਸੈਂਟ ਬੰਦੇ ਮਾਰੇ ਆਪਣਾ ਨੰਬਰ ਕਿਤੇ ਸ਼ੋਅ ਕਰਨ ਲਈ ਕਿ ਜੀ ਮੈਂ ਤਾਂ ਇੰਨੇ ਲੋਕ ਮਾਰੇ। ਸਰ ਵਕਫਾ ਬਹੁਤ ਲੰਬਾ ਹੋ ਗਿਆ ਨਾ। 1994 ਦੇ ਵਿੱਚ ਤੁਸੀਂ ਦੱਸਿਆ ਪਹਿਲੀ ਵਾਰੀ ਪਰਦਾਫਾਸ਼ ਹੁੰਦਾ ਹੈ ਕਿ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਚੁੱਕਿਆ, ਇੰਟਰੋਗੇਟ ਕੀਤਾ, ਉਹਨਾਂ ਨੂੰ ਗਲਤ ਤਰੀਕੇ ਦੀਆਂ FIR ਦਰਜ ਹੋਈਆਂ। ਸਮਾਂ ਬਹੁਤ ਆ ਗਿਆ ਫਿਰ ਵਿੱਚ, ਉਦੋਂ ਬਾਅਦ ਤਾਂ ਉਹ ਬਹੁਤ ਵਾਰੀ
ਅਪਗ੍ਰੇਡ ਵੀ ਹੁੰਦੇ ਨੇ। ਇਸੇ ਕਰਕੇ ਤਾਂ ਚੀਜ਼ ਹੁੰਦੀ ਹੈ, ਇਸੇ ਕਰਕੇ ਇਸ ਚੀਜ਼ ਨੇ ਉਹ ਮੁਖੌਟਾ ਉਤਾਰਿਆ ਕਿ ਸੁਮੇਧ ਸਿੰਘ ਸੈਣੀ ਕਿਹੋ ਜਿਹਾ ਅਫਸਰ ਸੀ, ਸਾਰਿਆਂ ਦੇ ਸਾਹਮਣੇ ਉਹ ਕੀ ਸ਼ੋਅ ਕਰਦਾ ਸੀ। ਹੁਣ ਜਿਹੜੀ ਸਰਕਾਰ ਨੇ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ, ਉਸੇ ਸਰਕਾਰ ਨੂੰ ਡੀਜੀਪੀ ਤੋਂ ਬਦਲਣਾ ਪਿਆ ਨਾ। ਉਹਨਾਂ ਨੂੰ ਹੀ ਰਿਅਲਾਈਜ਼ ਹੋਇਆ ਕਿ ਅਸੀਂ ਤਾਂ ਗਲਤ ਫੈਸਲਾ ਲੈ ਬੈਠੇ ਹਾਂ ਜੀ। ਸੁਮੇਧ ਸਿੰਘ ਸੈਣੀ ਡੀਜੀਪੀ ਦੇ ਕਾਬਿਲ ਹੀ ਨਹੀਂ ਹੈ, ਉਹਨਾਂ ਨੇ ਨਾਲ ਦੀ ਨਾਲ ਆਪਣੀ ਗਲਤੀ ਰੈਕਟੀਫਾਈ ਕੀਤੀ। ਨਹੀਂ ਤਾਂ ਮੈਨੂੰ ਦੱਸੋ ਕੋਈ ਸਰਕਾਰ 2.5 ਸਾਲਾਂ ਬਾਅਦ ਆਪਣਾ ਡੀਜੀਪੀ ਬਦਲਦੀ ਹੈ ਕਦੇ? ਸਰਕਾਰ 5 ਸਾਲ ਰਹੀ ਹੈ, ਉਹਨਾਂ ਨੇ ਆਪਣਾ ਡੀਜੀਪੀ ਮਿਡ ਟਰਮ ਬਦਲਿਆ, ਔਰ ਬਦਲਿਆ ਵੀ ਕੀ, ਉਹਨੂੰ ਵਾਪਸ ਵਿਜੀਲੈਂਸ ਨਹੀਂ ਭੇਜਿਆ, ਉਹਨੂੰ ਕੋਈ ਚੰਗੀ ਪੋਸਟਿੰਗ ਨਹੀਂ ਦਿੱਤੀ, ਖੁੱਡੇ ਲਾਈਨ ਪੋਸਟ ਦੇ ਕੇ ਬਿਠਾਤਾ, ਔਰ ਉਸੇ ਦੇ ਬੈਚਮੇਟ ਨੂੰ ਡੀਜੀਪੀ ਔਰ ਚੀਫ ਡਾਇਰੈਕਟਰ ਵਿਜੀਲੈਂਸ ਦੋਵਾਂ ਦਾ ਚਾਰਜ ਦੇ ਕੇ ਰੱਖਿਆ ਜੀ। ਇਹਦਾ ਮਤਲਬ ਆਬਵੀਅਸਲੀ ਸੁਮੇਧ ਸਿੰਘ ਸੈਣੀ ਡੀਜੀਪੀ ਲੱਗਣ ਦੇ ਕਾਬਿਲ ਨਹੀਂ ਸੀ, ਸਰਕਾਰ ਦਾ ਵੀ ਇਹ ਮੰਨਣਾ ਸੀ ਜੀ। ਪਰ ਫਿਰ ਵੀ ਪਰ ਉੱਥੇ ਇੱਕ ਗੱਲ ਹੋਰ ਹੈ ਜੀ, ਜਿਹੜੀ ਮੈਂ ਫਿਰ ਅਜੇ ਕਹਿ ਰਿਹਾ ਸੀ। ਕੇਸ ਦੇ ਵਿੱਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ, ਸ਼ੌਕਿੰਗ ਗੱਲ ਮੈਂ ਕਹੂੰਗਾ, ਇੰਟਰਸਟਿੰਗ ਨਹੀਂ, ਆਮ ਸੌਰੀ, ਬੜੀ ਸ਼ੌਕਿੰਗ ਗੱਲ ਇਹ ਹੈ ਕਿ ਦੇਖੋ ਸੁਮੇਧ ਸਿੰਘ ਸੈਣੀ ਦਾ ਕਿੰਨਾ, ਇਹਦੀ ਹੈਵਾਨੀਅਤ ਦੀ ਹੱਦ ਵੇਖੋ, ਜਿਹਨੂੰ ਅਸੀਂ ਕਹਿੰਦੇ ਹਾਂ ਸੈਡਿਸਟਿਕ ਟੈਂਡੈਂਸੀ, ਕਿ ਦੂਜੇ ਦੇ ਦਰਦ ਨੂੰ ਇੰਜੋਏ ਕਰਨ ਦੀ ਟੈਂਡੈਂਸੀ ਕਿੰਨੀ ਜ਼ਿਆਦਾ ਹੈ ਜੀ। ਕਿ ਇੱਕ ਬੰਦੇ ਦੇ ਪਿੱਛੇ ਡੰਡਾ ਦੇ ਕੇ ਉਹਦੇ ਠੁੱਡਾ ਮਰਵਾ ਰਿਹਾ ਹੈ, ਔਰ ਇਹੋ ਜਿਹੇ ਘਟੀਆ ਟੌਰਚਰ ਤੋਂ ਬਾਅਦ ਬੰਦਾ ਕੋਲੈਪਸ ਕਰਕੇ ਮਰ ਰਿਹਾ ਹੈ ਜੀ। ਉਸ ਚੀਜ਼ ਨੂੰ ਸੁਮੇਧ ਸਿੰਘ ਸੈਣੀ ਦੀ ਸੋਚ ਉਹੋ ਜਿਹੀ ਹੋਣਾ ਕਿ ਇਹੋ ਜਿਹਾ ਟੌਰਚਰ ਕਰੋ, ਇੱਕ ਐਕਚੁਅਲੀ ਇੱਕ ਹੈਵਾਨੀਅਤ ਦੀ ਐਗਜ਼ਾਮਪਲ ਹੈ। ਸਰ ਤੁਸੀਂ ਇਸ ਚੀਜ਼ ਨੂੰ, ਤੁਹਾਡਾ ਜਵਾਬ ਵਿੱਚ ਹੈ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਉਸ ਵੇਲੇ ਬਲਵਿੰਦਰ ਸਿੰਘ ਮੁਲਤਾਨੀ ਦਾ ਕੇਸ ਸਾਹਮਣੇ ਆ ਗਿਆ, ਉਹਨਾਂ ਦੇ ਗਵਾਹ ਬਹੁਤ ਸਾਰੇ ਸਾਹਮਣੇ ਆ ਗਏ, ਕੋਈ ਆਈ ਵਿਟਨੈਸ ਵੀ ਸਾਹਮਣੇ ਆਏ ਜਿਨ੍ਹਾਂ ਨੇ ਇਹ ਸਾਰੀ ਕਹਾਣੀ ਦੱਸੀ, ਪਰ ਉਦੋਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਉਸ ਤਰ੍ਹਾਂ ਦੇ ਆਫੀਸਰ ਸੀ ਜਾਂ ਐਸਐਸਪੀ ਸੀ, ਕੋਈ ਕਿਸੇ ਵੀ ਅਹੁਦੇ 'ਤੇ ਸੀ, ਚਾਹੇ ਉਹ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਹੀ ਸੀ, ਉਹਨਾਂ ਵਾਸਤੇ ਇਹ ਚੀਜ਼ਾਂ ਆਮ ਸੀ? ਦੇਖੋ ਆਮ ਨਹੀਂ ਸੀ, ਹਰ ਅਫਸਰ ਨੇ ਇਹੋ ਜਿਹੀਆਂ ਹਰਕਤਾਂ ਨਹੀਂ ਕੀਤੀਆਂ। ਇੱਕ ਬਲੈਂਕਟ ਸਟੇਟਮੈਂਟ ਦੇ ਦੇਣਾ, ਦੇਖੋ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ, ਮੰਨ ਲਓ ਮੈਂ ਤੁਹਾਡੇ ਬਾਰੇ ਪਬਲਿਕ ਓਪੀਨੀਅਨ ਲਵਾਂ ਤੇ 10 ਲੋਕ ਚੰਗਾ ਬੋਲਣਗੇ ਤਾਂ ਹੋ ਸਕਦਾ 2 ਮਾੜਾ ਵੀ ਬੋਲਣ। ਬਿਲਕੁਲ। ਸੁਮੇਧ ਸਿੰਘ ਸੈਣੀ ਨੇ ਰੈਪੂਟੇਸ਼ਨ ਹੀ ਇਹੋ ਜਿਹੀ ਬਣਾਈ ਸੀ ਕਿ ਹਰ ਬੰਦੇ ਨੂੰ ਪਤਾ ਸੀ ਕਿ ਇਹ ਡਰਾ ਕੇ ਧਮਕਾ ਕੇ ਝੂਠੇ ਪਰਚੇ ਕਰਕੇ ਐਲੀਮੀਨੇਟ ਕਰ ਦਿੰਦਾ ਹੈ। ਉਹਨੇ ਉਸ ਚੀਜ਼ ਨੂੰ ਇੰਜੋਏ ਕੀਤਾ ਜੀ, ਉਹਨੇ ਉਹੀ ਚੀਜ਼ ਉਹ ਚਾਹੁੰਦਾ ਸੀ, ਹੀ ਵਾਂਟਡ ਕਿ ਮੈਂ ਨਾ ਹੀ ਆਏ ਕਮਾਵਾਂ। ਅੱਜ ਉਹਦਾ ਉਹ ਰਾਜ਼ ਖੁੱਲ ਗਿਆ, ਉਹਦੇ ਖਿਲਾਫ ਸਬੂਤ ਆ ਗਏ, ਉਹਦੇ ਖਿਲਾਫ ਗਵਾਹ ਆ ਗਏ, ਉਹਦੀ ਸੱਚਾਈ ਸਾਹਮਣੇ ਆ ਗਈ, ਉਹਦਾ ਮੁਖੌਟਾ ਉਤਰ ਗਿਆ। ਆ ਸੱਚਾਈ ਹੈ ਜੀ। ਅਦਰਵਾਈਜ਼ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਪੁਲਿਸ ਵਾਲੇ ਨੇ ਉਸ ਵੇਲੇ ਆ ਕੰਮ ਕੀਤੇ, ਹਰ ਸਿਪਾਹੀ ਨੇ ਆ ਕੰਮ ਕੀਤੇ, ਨਹੀਂ। ਉਸ ਵੇਲੇ ਵੀ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ, ਪੁਲਿਸ ਵਾਲਿਆਂ ਨੇ ਆਪਣੀ ਜਾਨ ਕੁਰਬਾਨ ਕੀਤੀ, ਕਿਉਂਕਿ ਦੇਖੋ ਹਰ ਟੈਰਰਿਜ਼ਮ ਦੇ ਵਿੱਚ ਲੜਨ ਵਾਲਾ ਪੁਲਿਸ ਵਾਲਾ ਵੀ ਪੰਜਾਬ ਦਾ ਇੱਕ ਨੌਜਵਾਨ ਸੀ, ਜਾਂ ਪੰਜਾਬ ਦੀ ਮਿੱਟੀ ਦਾ ਆਪਾਂ ਜਿਵੇਂ ਕਹਿੰਦੇ ਪੰਜਾਬ ਸੀ। ਬਿਲਕੁਲ। ਔਰ ਅੱਤਵਾਦੀ ਵੀ ਜਿਹੜੇ ਬਣੇ ਸੀ ਉਹ ਵੀ ਇਸੇ ਮਿੱਟੀ ਦੇ ਸੀ। ਸੋ ਪੰਜਾਬ ਦੇ ਹੀ ਬੱਚੇ, ਜਿਵੇਂ ਪੰਜਾਬ ਦੀ ਮਿੱਟੀ ਦੇ ਜੰਮੇ ਬੱਚੇ ਹੀ ਆਪਸ ਵਿੱਚ ਲੜ ਰਹੇ ਸੀ। ਦੂਜੀ ਗੱਲ ਇੱਥੇ ਬਹੁਤ ਇੰਪੋਰਟੈਂਟ ਹੈ, ਕੁਝ ਐਕਚੁਅਲੀ ਟੈਰਰਿਸਟ ਬਣ ਗਏ ਸੀ ਉਸ ਦੌਰ ਦੇ ਵਿੱਚ, ਗਲਤ ਰਾਹ ਫੜ ਗਏ ਸੀ ਜੀ, ਕੁਝ ਸਿਸਟਮ ਦੇ ਖਿਲਾਫ ਰਿਵੋਲਟ ਕਰਕੇ ਚੁੱਕ ਬੈਠੇ। ਜੇ ਤੁਸੀਂ ਅੱਜ ਦੇਖੋ ਕਿ ਇਸ ਕੇਸ ਦੇ ਵਿੱਚ ਕੀ ਬਾਹਰ ਆ ਰਿਹਾ ਹੈ, ਪਹਿਲੀ ਗੱਲ ਉਸ ਟੱਬਰ ਦੀ ਹਿੰਮਤ ਬਾਹਰ ਆ ਰਹੀ ਹੈ ਜਿਨ੍ਹਾਂ ਨੇ ਸਿਸਟਮ ਤੋਂ ਤੰਗ ਆ ਕੇ, ਸਿਸਟਮ ਤੋਂ ਹਾਰ ਕੇ ਹਥਿਆਰ ਨਹੀਂ ਚੁੱਕੇ ਜੀ। ਇਹ ਜਿਹੜੇ ਸਾਡੇ ਮੁੰਡੇ ਗਲਤ ਰਾਹ ਪੈ ਗਏ, ਜਿਨ੍ਹਾਂ ਨੇ ਰੱਬ ਦੇ ਵਿੱਚ ਵਿਸ਼ਵਾਸ ਛੱਡਤਾ, ਉਹਨਾਂ ਨੂੰ ਅੱਜ ਮੁਲਤਾਨੀ ਟੱਬਰ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਕਿੰਨਾ ਮਾੜਾ ਇਹਨਾਂ ਨਾਲ ਹੋਇਆ, ਕਿੰਨੀ ਤਸ਼ੱਦਦ ਹੋਈ ਇਹਨਾਂ ਨਾਲ, ਪਰ ਇਹਨਾਂ ਨੇ ਸਿਸਟਮ ਦੇ ਖਿਲਾਫ ਹਥਿਆਰ ਨਹੀਂ ਚੁੱਕੇ ਜੀ। ਇਹ ਹਿੰਮਤ ਨਹੀਂ ਹਾਰੇ, ਔਰ ਇਸ ਟੱਬਰ ਨੇ ਕਾਨੂੰਨੀ ਲੜਾਈ ਲੜੀ, ਅੱਜ ਤੱਕ ਲੜ ਰਹੇ, ਔਰ ਲੋਕ ਸੈਣੀ ਭਜਾ ਲਿਆ ਜੀ। ਇਹ ਮੇਰੀ ਮਿਹਨਤ ਨਹੀਂ ਹੈ, ਇਹ ਉਹਨਾਂ ਦੀ ਜਿਹੜੀ ਮੈਂ ਕਹਾਂਗਾ ਇੱਕ ਉਹਨਾਂ ਨੇ ਰੱਬ ਦੇ ਵਿੱਚ ਵਿਸ਼ਵਾਸ ਰੱਖਿਆ, ਔਰ ਤੁਹਾਡੀਆਂ ਸਾਰਿਆਂ ਦੀਆਂ ਅਰਦਾਸਾਂ ਉਹਦੇ ਕਰਕੇ ਹੋਇਆ। ਬਿਲਕੁਲ। ਸੋ ਸਿਸਟਮ ਦੇ ਖਿਲਾਫ ਹਥਿਆਰ ਚੁੱਕਣਾ ਉਹ ਸੁਮੇਧ ਸਿੰਘ ਸੈਣੀ ਵਰਗਿਆਂ ਨੇ ਬਹੁਤਿਆਂ ਨੂੰ ਮਜਬੂਰ ਕਰਤਾ, ਕੋਈ ਡਾਊਟ ਨਹੀਂ ਮੈਨੂੰ ਇਸ ਚੀਜ਼। ਬਿਲਕੁਲ। ਪਰ ਕਿਤੇ ਨਾ ਕਿਤੇ ਸਿਸਟਮ ਦੇ ਖਿਲਾਫ ਹਥਿਆਰ ਚੁੱਕਣਾ ਸੋਲੂਸ਼ਨ ਨਹੀਂ ਹੈ। ਸੁਮੇਧ ਸੈਣੀ ਨੂੰ ਕਾਨੂੰਨੀ ਤੌਰ ਤੇ ਸਜ਼ਾ ਦਿਵਾਉਣਾ ਉਹ ਇਨਸਾਫ ਹੈ ਜੀ, ਔਰ ਉਸੇ ਲਈ ਅਸੀਂ ਟਰਾਈ ਕਰ ਰਹੇ ਹਾਂ, ਉਸੇ ਨੂੰ ਅੰਜਾਮ ਦਿਵਾਵਾਂਗੇ ਜੀ। ਸਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸੁਮੇਧ ਸਿੰਘ ਸੈਣੀ ਹੋਰੀ ਪ੍ਰਮੋਸ਼ਨਾਂ ਮਿਲਦੀਆਂ ਜਾਂਦੀਆਂ, ਡੀਜੀਪੀ ਤੱਕ ਦੇ ਅਹੁਦੇ ਤੇ ਪਹੁੰਚ ਜਾਂਦੇ ਆ, ਪੰਜਾਬ ਦੀ ਸਾਰੀ ਪੁਲਿਸ ਦੇ ਮਾਲਕ ਬਣ ਜਾਂਦੇ ਆ, ਇਸ ਸਮੇਂ ਦੇ ਦੌਰਾਨ ਜਦੋਂ ਬਲਵਿੰਦਰ ਸਿੰਘ ਮੁਲਤਾਨੀ ਹੋਣਾ ਦਾ ਕੇਸ ਹੈ ਜਿਹੜਾ 29 ਸਾਲ ਪੁਰਾਣਾ, 29 ਸਾਲ ਦੇ ਵਕਫੇ ਦੇ ਵਿੱਚ ਸੁਮੇਧ ਸਿੰਘ ਸੈਣੀ ਜਾਬਰਤਾ ਸੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਧਾਕੜ ਵੀ ਬਹੁਤ ਹੋ ਗਿਆ ਸੀ?
ਉਹਨੇ ਆਪਣੀ ਇੱਕ ਵੱਖਰੀ ਫੋਰਸ ਤਿਆਰ ਕਰ ਲਈ ਸੀ ਜਿਹਨੇ ਉਹਨੂੰ ਪ੍ਰੋਟੈਕਟ ਕਰਨਾ ਸੀ, ਤੇ ਇਸ ਵੇਲੇ ਉਹਨੂੰ ਮਤਲਬ ਦੋਸ਼ੀ ਠਹਿਰਾਉਣਾ ਜਾਂ ਦੋਸ਼ੀ ਠਹਿਰਾਉਣ ਤੋਂ ਬਾਅਦ ਗ੍ਰਿਫਤਾਰ ਕਰਵਾਉਣਾ, ਫਿਰ ਉਹਨੂੰ ਕਸਟਡੀ ਦੇ ਵਿੱਚ ਲੈ ਕੇ ਉਹਦੇ ਤੋਂ ਪੁੱਛਗਿੱਛ ਕਰਨੀ, ਕਾਫੀ ਲੰਬਾ ਪ੍ਰੋਸੈਸ ਹੋ ਗਿਆ। ਉਹਨੂੰ ਪ੍ਰੋਟੈਕਸ਼ਨ ਦੇਣ ਵਾਲੇ ਕਾਫੀ ਹੋ ਗਏ। ਦੇਖੋ, ਪ੍ਰੋਟੈਕਸ਼ਨ ਦੇਣ ਵਾਲੇ ਜਿੰਨੀ ਮਰਜ਼ੀ ਪ੍ਰੋਟੈਕਸ਼ਨ ਦੇ ਲੈਣ, ਜਦੋਂ ਤੁਸੀਂ ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ ਨਿਕਲਦੇ ਹੋ, ਇਹ ਵੀ ਇੱਕ ਮੈਦਾਨੇ ਜੰਗ ਹੀ ਸਮਝੋ, ਤੇ ਫਿਰ ਮੈਦਾਨੇ ਜੰਗ ਦੇ ਵਿੱਚ ਤਾਂ ਤੁਸੀਂ ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ ਨਿਕਲੇ ਹੋ, ਰੱਬ ਦੇ ਰਾਹ ਤੇ ਨਿਕਲੇ ਹੋ ਜੀ। ਤੁਸੀਂ ਕਿਸੇ ਪੁਲਿਸ ਵਾਲੇ ਤੇ ਇਤਬਾਰ ਨਹੀਂ ਕਰਦੇ, ਤੁਸੀਂ ਕਿਸੇ ਪੁਲਿਸ ਵਾਲੇ ਤੇ ਡਿਪੈਂਡੈਂਟ ਨਹੀਂ ਹੁੰਦੇ। ਹੁਣ ਜੇ ਸੈਣੀ ਦੇ ਖਿਲਾਫ 302 ਲੱਗੀ ਔਰ ਭੱਜਿਆ, ਜੇ ਐਸਆਈਟੀ ਉਹਨੂੰ ਨਹੀਂ ਫੜ ਪਾ ਰਹੀ ਹੈ, ਪੰਜਾਬ ਸਰਕਾਰ ਨੂੰ ਇੰਟੈਲੀਜੈਂਸ ਵਿੰਗ ਇੰਨਾ ਵੱਡਾ ਹੁੰਦਿਆਂ ਨਹੀਂ ਪਤਾ ਲੱਗ ਰਿਹਾ ਕਿ ਉਹ ਕਿੱਥੇ ਗਿਆ, ਉਹਨਾਂ ਦੀ ਮਰਜ਼ੀ। ਮੈਂ ਤਾਂ ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ ਆਪਣਾ ਫਰਜ਼ ਨਿਭਾ ਰਿਹਾ, ਸੈਣੀ ਨੂੰ ਅਪੋਜ਼ ਕਰ ਰਿਹਾ, ਉਹਦੇ ਖਿਲਾਫ ਲੜ ਰਿਹਾ ਜੀ। ਇਹ ਨਹੀਂ ਵੀ ਫੜਦੇ ਤਾਂ ਵੀ ਅਸੀਂ ਸਜ਼ਾ ਦਿਵਾਉਣੀ ਹੈ। ਹੁਣ ਇੰਨੇ 2 ਦਿਨ ਬੀਤ ਗਏ, ਜੇ ਐਸਆਈਟੀ ਨਹੀਂ ਫੜ ਸਕੀ, ਸੋ ਮੇਰੇ ਖਿਆਲ ਨਾਲ ਮੈਂ ਬਜਾਏ ਦੇ ਕਿ ਉਸ ਚੀਜ਼ ਤੋਂ ਡੀਮੋਰਲਾਈਜ਼ ਹੋਵਾਂ, ਮੇਰੇ ਲਈ ਇਹ ਬੈਟਰ ਹੈ ਮੈਂ ਆਪਣੀ ਮਿਹਨਤ ਹੋਰ ਵਧਾਵਾਂ ਜੀ, ਜਿਹਦੇ ਲਈ ਮੈਂ ਤਿਆਰ ਹਾਂ, ਰੱਬ ਵਿੱਚ ਵਿਸ਼ਵਾਸ ਰੱਖਾਂ, ਤੁਹਾਡੇ ਦਰਸ਼ਕਾਂ ਦੀ ਅਰਦਾਸਾਂ ਹੋਰ ਵਧਣ ਜੀ, ਤੇ ਆਪਾਂ ਸੈਣੀ ਅੰਦਰ ਦੇਈਏ। ਔਰ ਜਦੋਂ ਇੱਕ ਵਾਰੀ ਅਰੈਸਟ ਹੋ ਗਿਆ, ਵੈਰੀ ਸ਼ੋਰ ਇਹ ਸਾਰੀ ਡਿਟੇਲ ਦੇਊਗਾ, ਜਿਹਦੇ 'ਚ ਕੋਈ ਇਹ ਦਲੇਰ ਅਫਸਰ ਨਹੀਂ ਹੈ, ਇਹ ਡਰਪੋਕ ਅਫਸਰ ਹੈ, ਔਰ ਇਹ ਸਾਰੀ ਡਿਟੇਲ ਦੇਊਗਾ ਆਪੇ ਜੀ। ਹੋਰ ਬੜੇ ਕੇਸ ਖੁੱਲ ਜਾਣਗੇ ਇੱਕ ਵਾਰੀ ਇਹ ਕਸਟਡੀ 'ਚ ਆਵੇ ਤਾਂ ਸਹੀ। ਸਰ, ਗ੍ਰਿਫਤਾਰੀ ਨਾ ਹੋਣਾ ਇੱਕ ਵੱਡਾ ਸਵਾਲ ਹੈ, ਕਿਉਂਕਿ ਜਦੋਂ ਇਸ ਤਰੀਕੇ ਦਾ ਕੇਸ ਹੁੰਦਾ, ਆਪਾਂ ਛੋਟੇ ਕੇਸਾਂ ਦੀ ਗੱਲ ਕਰ ਲਈਏ, ਕੁਝ ਸਮੇਂ ਦੇ ਬਾਅਦ ਤਾਂ ਕਤਲ ਵਾਲੇ ਵੀ ਫੜੇ ਜਾਂਦੇ ਨੇ, ਕੁਝ ਕੇਸਾਂ ਦੇ ਬਾਅਦ ਤਾਂ ਛੋਟੀ ਮੋਟੀ ਚੋਰੀ ਵਾਲੇ ਵੀ ਫੜੇ ਜਾਂਦੇ ਨੇ। ਕਹਿੰਦੇ ਨੇ ਪੰਜਾਬ ਪੁਲਿਸ ਕੋਲੇ ਬਹੁਤ ਵੱਡਾ ਤੰਤਰ ਹੈ ਜੀ, ਬਹੁਤ ਵੱਡੀ ਤਾਕਤ ਹੈ ਸਰਕਾਰਾਂ ਨੇ ਦਿੱਤੀ ਹੋਈ। ਸੁਮੇਧ ਸਿੰਘ ਸੈਣੀ ਵਾਸਤੇ ਕਿਉਂ ਨਹੀਂ ਵਰਤੀ ਜਾ ਰਹੀ? ਸੁਮੇਧ ਸਿੰਘ ਸੈਣੀ ਕੋਲੇ Z+ ਸਿਕਿਉਰਿਟੀ ਹੈ, Z+ ਸਿਕਿਉਰਿਟੀ ਤੋਂ ਇਹ ਕਿਹਾ ਜਾਂਦਾ ਹੈ ਕਿ ਉਹ ਜੀ ਦੌੜ ਗਏ ਜੀ, ਉਹ ਸਾਡੇ ਸ਼ਿਕੰਜੇ 'ਚ ਆ ਨਹੀਂ ਸਕੇ ਜੀ, ਕਾਰਨ ਕੀ ਸਮਝਦੇ ਹੋ? देखो, एक किसी शायर ने किया है, तू इधर उधर की ना बात कर, ये बता के काफिला क्यों लुटा जी, मुझे राहजन से गरज नहीं, तेरी राहबरी का सवाल है जी। ਇਹਦਾ ਮਤਲਬ ਇਹ ਹੈ ਕਿ ਤੂੰ ਬਹਾਨੇਬਾਜ਼ੀ ਨਾ ਕਰ, ਤੇਰੀ ਲੀਡਰਸ਼ਿਪ ਅੱਜ ਐਟ ਸਟੇਕ ਆ ਗਈ ਹੈ, ਜਵਾਬਦਾਰੀ ਆ ਗਈ ਹੈ, ਅਕਾਊਂਟੇਬਿਲਿਟੀ ਹੈ, ਆਪਣੀ ਉਸ ਅਕਾਊਂਟੇਬਿਲਿਟੀ ਨੂੰ ਨਾ ਭੱਜ, ਬਹਾਨੇ ਨਾ ਲੱਭ ਜੀ। ਹੁਣ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ, ਉਹ ਕੀ ਬਹਾਨੇ ਹੈ ਔਰ ਕੀ ਚੀਜ਼ਾਂ ਨੇ, ਉਹ ਜਵਾਬ ਮੈਂ ਨਹੀਂ ਦੇ ਸਕਦਾ, ਡੀਜੀਪੀ ਸਾਹਿਬ ਦੇਣਗੇ ਜਿਹੜੀ ਫੋਰਸ ਨੂੰ ਹੈਡ ਕਰ ਰਹੇ ਹੈ, ਐਸਆਈਟੀ ਵਾਲੇ ਦੇਣਗੇ। ਮੈਂ ਤਾਂ ਸਵਾਲ ਤਾਂ ਸਭ ਤੇ ਖੜੇ ਹੁੰਦੇ ਆ, ਪੂਰੇ ਸਿਸਟਮ ਤੇ ਹੋ ਰਹੇ ਆ, ਮੇਰੇ ਤੇ ਨਹੀਂ ਜੀ, ਕਿਉਂਕਿ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਸਕਦਾ ਸੀ, ਉਹ ਲਾ ਲਿਆ, ਇੱਥੇ ਤੱਕ ਅਸੀਂ ਆ ਗਏ ਜੀ। ਹੁਣ ਜੇ ਉਹ ਨਹੀਂ ਫੜਿਆ ਜਾ ਰਿਹਾ ਔਰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿਤੇ ਨਹੀਂ ਪਤਾ ਲੱਗ ਰਿਹਾ ਕਿ ਉਹ ਕਿੱਥੇ ਨੇ, ਤੇ ਮੈਂ ਉਹਦੇ ਤੇ ਕੀ ਕਹਿ ਸਕਦਾ? ਸਰ, ਹਿੱਸਾ ਗੱਲ ਫੇਰ ਉੱਥੇ ਹੀ ਆਉਂਦੀ ਹੈ। ਇਹ ਹਿੱਸਾ ਜਿਹੜੀ ਨਾਕਾਮੀ ਕਹਿ ਸਕਦੇ ਹਾਂ ਆਪਾਂ, ਐਸਆਈਟੀ ਦੀ ਹੋ ਗਈ, ਪੰਜਾਬ ਪੁਲਿਸ ਦੀ ਹੋ ਗਈ, ਡੀਜੀਪੀ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਦੀ ਹੋ ਗਈ, ਪੂਰੇ ਸਿਸਟਮ ਦੀ ਨਾਕਾਮੀ ਕਹਿ ਸਕਦੇ ਹਾਂ। ਨਾਕਾਮੀ ਦਾ ਕਾਰਨ ਉਹਨਾਂ ਨੂੰ ਪ੍ਰੋਟੈਕਸ਼ਨ ਦੇਣਾ ਹੈ, ਜਾਂ ਫਿਰ ਸੁਮੇਧ ਸੈਣੀ ਨੂੰ ਵਾਕਈ ਉਹ ਚੋਰ ਮੋਰੀਆਂ ਪਤਾ ਹੈ ਕਿ ਮੈਂ ਕਿਵੇਂ ਨਹੀਂ ਫੜਿਆ ਜਾ ਸਕਦਾ? ਇਹ ਚੋਰ ਮੋਰੀਆਂ ਕਾਹਦੀਆਂ ਜਿਹਦੇ ਚੋਂ ਨਿਕਲੂਗਾ? Z+ ਕੈਟਾਗਰੀ ਹੈ ਜੀ, ਉਹਨੂੰ ਕੋਰਟ ਦੇ ਵਿੱਚ ਜੋ ਹੋ ਰਿਹਾ ਸੀ ਪਤਾ ਸੀ, ਐਪਲੀਕੇਸ਼ਨ ਲੱਗ ਚੁੱਕੀ ਸੀ, ਕਿੰਨੀ ਕੁ ਮੁਸ਼ਕਿਲ ਸੀ ਇਹਦੇ ਤੇ ਵਾਚ ਰੱਖਣੀ। ਬਿਨਾਂ ਸਿਕਿਉਰਿਟੀ ਇਹ ਕਿਤੇ ਜਾਂਦਾ ਨਹੀਂ, ਇਹਦੀ ਸਿਕਿਉਰਿਟੀ ਕਿਉਂ ਨਹੀਂ ਵਿਡਰਾ ਹੋਈ ਹੁਣ ਤੱਕ ਜੀ? ਇਹਦੀ ਸਿਕਿਉਰਿਟੀ ਵਿਡਰਾ ਹੋਣੀ ਚਾਹੀਦੀ ਹੈ, ਕਿਉਂਕਿ ਆਬਵੀਅਸਲੀ ਜੇ ਇਹਨੂੰ ਬਿਨਾਂ ਸਿਕਿਉਰਿਟੀ ਬਾਹਰ ਹੈ, ਇਹਨੂੰ ਲੋੜ ਹੀ ਨਹੀਂ ਸਿਕਿਉਰਿਟੀ ਦੀ, ਫਿਰ ਸਿਕਿਉਰਿਟੀ ਨੂੰ Z+ ਦਿੱਤੀ ਕਿਉਂ ਹੋਈ ਹੈ ਜੀ? ਔਰ ਹੋਰ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਕਿ ਜੇ ਨਿਕਲ ਗਿਆ ਹੈ, ਇਹਨਾਂ ਨੂੰ ਕਿਵੇਂ ਨਹੀਂ ਪਤਾ ਲੱਗਿਆ ਕਿਸੇ ਨੂੰ ਕਿ ਉਹ ਨਿਕਲ ਗਿਆ? ਬਿਲਕੁਲ, ਬਹੁਤ ਇੰਪੋਰਟੈਂਟ ਚੀਜ਼ ਹੈ ਉਹ ਜਾਣਨੀ। ਔਰ ਹੁਣ ਚੋਰ ਮੋਰੀਆਂ ਇਹਦੇ 'ਚ ਕੁਛ ਨਹੀਂ ਹੈ, ਉਹ ਲੁਕਿਆ ਬੈਠਾ ਹੈ। ਮੇਰੇ ਖਿਆਲ ਨਾਲ ਜੇ ਐਫਰਟ ਸਹੀ ਤਰੀਕੇ ਨਾਲ ਕਰ ਲੈਣਗੇ, ਜ਼ਰੂਰ ਫੜ ਲੈਣਗੇ। ਤੁਹਾਡੇ ਐਫਰਟਸ ਤੇ ਕਿਸੇ ਨੂੰ ਕੋਈ ਸਵਾਲ ਹੋ ਨਹੀਂ ਸਕਦਾ, ਕਿਉਂਕਿ ਇੱਕ ਇਸ ਤਰ੍ਹਾਂ ਦੇ ਅਫਸਰ ਤੇ 302 ਵਰਗੀ ਧਾਰਾ ਲਵਾਉਣੀ, ਉਹ ਵੀ 29 ਸਾਲ ਦੇ ਸਮੇਂ ਤੋਂ ਬਾਅਦ, ਇੱਕ ਵੱਡੀ ਮਿਹਨਤ ਆ ਤੁਹਾਡੀ, ਬਹੁਤ ਸਾਰੀ ਮਿਹਨਤ ਤੁਹਾਨੂੰ ਕਰਨੀ ਪਈ ਹੋਣੀ ਹੈ, ਬਹੁਤ ਸਾਰਾ ਕਹਿ ਲਓ ਕਿ ਜਿਹੜਾ ਡਾਟਾ ਉਹ ਤੁਹਾਨੂੰ ਇਕੱਠਾ ਕਰਨਾ ਪਿਆ ਹੋਣਾ, ਫਿਰ ਜਾ ਕੇ ਕਿਤੇ ਕੋਰਟ ਨੂੰ ਕਨਵਿੰਸ ਕੀਤਾ ਹੈ ਕਿ ਨਹੀਂ ਜੀ ਇਹ ਮਰਡਰ ਹੈ, ਲਾਪਤਾ ਨਹੀਂ ਹੋਏ ਬਲਵਿੰਦਰ ਸਿੰਘ ਮੁਲਤਾਨੀ। ਵੱਡੀ ਪ੍ਰਾਪਤੀ ਤੁਹਾਡੀ ਕਹਿ ਸਕਦੇ ਹਾਂ। ਪਰ ਇਨਡਾਇਰੈਕਟਲੀ ਫਿਰ ਮੈਂ ਇੱਕ ਸਵਾਲ ਉਸੇ 'ਤੇ ਆਊਂਗਾ, ਇਨਡਾਇਰੈਕਟਲੀ ਪੰਜਾਬ ਸਰਕਾਰ 'ਤੇ ਸਵਾਲੀਆ ਚਿੰਨ੍ਹ ਲੱਗਦਾ? ਦੇਖੋ, ਸਰਕਾਰ ਵੱਲੋਂ ਕੋਈ ਵੈਂਡੇਟਾ ਨਹੀਂ ਹੈ ਸੈਣੀ ਦੇ ਖਿਲਾਫ, ਪਰ ਸਰਕਾਰ ਇਹਨੂੰ ਇੱਕ ਨਾਰਮਲ ਕੇਸ ਟ੍ਰੀਟ ਕਰ ਰਹੀ ਹੈ। ਇਹ ਨਾਰਮਲ ਕੇਸ ਡੈਫੀਨੇਟਲੀ ਨਹੀਂ ਹੈ ਜੀ।
ਮੇਰਾ ਕਹਿਣਾ ਇੰਨਾ ਹੈ ਕਿ ਸਰਕਾਰ ਜਿਹੜਾ ਇੱਕ ਨਾਰਮਲ ਐਟੀਟਿਊਡ ਰੱਖਦੀ ਹੈ ਕਿ ਜੀ ਨਾ ਸਾਡਾ ਵੈਂਡੇਟਾ ਹੈ ਨਾ ਸਾਡਾ ਇੰਟਰਸਟ ਹੈ, ਸੋ ਨਾ ਦੁਸ਼ਮਣੀ ਨਾ ਕੋਈ ਪਰਸਨਲ ਰੀਜ਼ਨ ਜੀ, ਉਹ ਕੇਸਿਸ ਚੋਂ ਨਹੀਂ ਹੈ। ਇਹ ਉਹ ਕੇਸ ਹੈ ਜਿੱਥੇ ਓਬਵੀਅਸਲੀ ਡੀਜੀਪੀ ਇਨਵੋਲਵਡ ਹੈ, ਇੰਨਾ ਇੰਪੋਰਟੈਂਟ ਮੁੱਦਾ ਉੱਠ ਰਿਹਾ, ਸੋ ਇਹਨਾਂ ਨੂੰ ਡੈਫੀਨਿਟਲੀ ਇੰਟਰਸਟ ਲੈ ਕੇ ਉਹਨੂੰ ਫੜਨਾ ਚਾਹੀਦਾ ਹੈ ਜੀ। ਨਹੀਂ ਤਾਂ ਕਿਤੇ ਨਾ ਕਿਤੇ ਹੁਣ ਪਬਲਿਕ ਰਿਜ਼ੈਂਟਮੈਂਟ ਉਸ ਚੀਜ਼ ਦੇ ਉੱਤੇ ਬਿਲਡਅਪ ਹੋਈ, ਵਿਸ਼ਵਾਸ ਉੱਠਦਾ ਹੈ ਉੱਤੇ, ਸਿਸਟਮ ਤੋਂ ਵਿਸ਼ਵਾਸ ਉੱਠਦਾ ਹੈ, ਸਰਕਾਰਾਂ ਦੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਹੈ ਸਿੱਧੇ ਤੌਰ ਤੇ। ਸਰ ਇੱਕ ਸਵਾਲ ਇਹ ਵੀ ਹੈ ਕਿ ਜਿਹੜੀ ਜੈਡ ਸਿਕਿਉਰਿਟੀ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਸੈਂਟਰ ਗਵਰਨਮੈਂਟ ਦੀ ਸਿਕਿਉਰਿਟੀ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮ ਵੀ ਹੁੰਦੇ ਆ। ਬਿਲਕੁਲ। ਕੀ ਉਹਨਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੰਜਾਬ ਪੁਲਿਸ ਕੋਈ ਕਾਰਵਾਈ ਕਰੂਗੀ ਜਾਂ ਹੋਣੀ ਬਣਦੀ ਹੈ? ਦੇਖੋ ਉਹ ਤਾਂ ਜੇ ਸੈਣੀ ਉਹਨਾਂ ਨੂੰ ਛੱਡ ਕੇ ਚਲਾ ਗਿਆ, ਮੇਰੇ ਖਿਆਲ ਨਾਲ ਤਾਂ ਜੋ ਪ੍ਰੋਸੀਜਰ ਹੈ ਉਹ ਇਨਫੋਰਮ ਕਰਦੇ ਆ ਕਿ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਸੀ ਉਹ ਬਿਨਾਂ ਸਿਕਿਉਰਿਟੀ ਮੂਵ ਕਰ ਰਹੇ ਹੈ। ਇਹ ਰੂਟੀਨ ਪ੍ਰੋਸੀਜਰ ਹੈ, ਇਨਫੋਰਮ ਕੀਤਾ ਜਾਂਦਾ ਹੈ ਜੀ। ਹੁਣ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਮੈਨੂੰ ਨਹੀਂ ਪਤਾ, ਕਿਉਂਕਿ ਐਸਆਈਟੀ ਜਦੋਂ ਗਈ ਹੈ ਉਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਜੀ ਸਿਕਿਉਰਿਟੀ ਸਾਰੀ ਇੱਥੇ ਔਰ ਸੈਣੀ ਗਾਇਬ ਜੀ। ਸੋ ਹੁਣ ਉਹ ਚੀਜ਼ ਦੀ ਮੈਨੂੰ ਉਹ ਕਲੈਰਿਟੀ ਨਹੀਂ ਹੈ, ਕਰ ਸਕਦੇ ਆ ਪਰ ਕੀਤੀ ਨਹੀਂ ਲੱਗਦੀ। ਔਰ ਉਹਨਾਂ ਦਾ ਵੀ ਕੀ ਕਸੂਰ ਹੈ ਜੇ ਉਹਨਾਂ ਨੇ ਸੈਣੀ ਦਾ ਆਰਡਰ ਮੰਨ ਲਿਆ, ਉਹਦਾ ਉਹਨਾਂ ਨਾਲ ਸਿਕਿਉਰਿਟੀ ਤੇ ਸੀ। ਮੈਂ ਤਾਂ ਇਹ ਕਹਿਣਾ ਕਿ ਸਿਕਿਉਰਿਟੀ ਵਿਦਡਰਾ ਹੋਣੀ ਚਾਹੀਦੀ ਹੈ ਸੈਣੀ ਦੀ। ਜੀ ਸਰ, ਸੀਬੀਆਈ ਨੇ 1994 ਦੇ ਵਿੱਚ ਕੇਸ ਦੀ ਪੈਰਵਾਈ ਕੀਤੀ, ਇਸ ਕੇਸ ਦੇ ਵਿੱਚ ਵੀ ਸੀਬੀਆਈ ਇਨਵੋਲਵ ਸੀ। ਹੁਣ ਦੁਬਾਰਾ ਸੁਮੇਧ ਸਿੰਘ ਸੈਣੀ ਹੋਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਸਰਕਾਰ ਤੇ ਭਰੋਸਾ ਨਹੀਂ, ਦੁਬਾਰਾ ਸੀਬੀਆਈ ਜਾਂਚ ਕਰੇ। ਔਰ ਸੀਬੀਆਈ ਤੋਂ ਬਹੁਤ ਸਾਰੇ ਡਾਕੂਮੈਂਟ ਇੱਦਾਂ ਦੇ ਆ ਜਿਹੜੇ ਤੁਸੀਂ ਵੀ ਕਿਤੇ ਨਾ ਕਿਤੇ ਮੰਗੇ ਨੇ ਕਿ ਉਸ ਜਾਂਚ ਦੇ ਡਾਕੂਮੈਂਟ ਸਾਨੂੰ ਦਿਓ, ਪਰ ਸੀਬੀਆਈ ਨੇ ਆਨਾਕਾਨੀ ਕੀਤੀ ਆ। ਸਵਾਲੀਆ ਚਿੰਨ੍ਹ ਲੱਗਦਾ ਸੀਬੀਆਈ ਤੇ ਵੀ। ਦੇਖੋ ਪਹਿਲਾ ਤਾਂ ਸਵਾਲ ਸੈਣੀ ਤੇ ਹੀ ਉੱਠਦਾ ਹੈ। ਜਦੋਂ ਸੀਬੀਆਈ ਤਫਤੀਸ਼ ਕਰਦੀ ਸੀ ਤੇ ਸੈਣੀ ਕਹਿੰਦਾ ਜੀ ਸੀਬੀਆਈ ਨਾ ਕਰੇ, ਪੰਜਾਬ ਦਾ ਕੇਸ ਬਣ ਪੰਜਾਬ ਕਰਨ ਲੱਗਿਆ ਤਾਂ ਕਹਿੰਦਾ ਨਹੀਂ ਜੀ ਸੀਬੀਆਈ ਕਰ ਲਵੇ। ਅਲਟੀਮੇਟਲੀ ਉਹ ਤਫਤੀਸ਼ ਸਿਰਫ ਰੋਕਣੀ ਚਾਹੁੰਦਾ, ਹੋਰ ਉਹਦਾ ਕੋਈ ਇੰਟਰਸਟ ਨਹੀਂ, ਤਾਂ ਕਿ ਸੱਚਾਈ ਨਾ ਉਹਦੀ ਬਾਹਰ ਆ ਜਾਏ, ਉਹਦਾ ਮੁਖੌਟਾ ਨਾ ਉਤਰ ਜਾਏ। ਪਰ ਸਵਾਲ ਇਹ ਵੀ ਬਣਦਾ ਹੈ ਕਿ ਜੇ ਸੀਬੀਆਈ ਡਾਕੂਮੈਂਟ ਨੇ ਜਿਹੜੇ ਉਹ ਪ੍ਰੋਵਾਈਡ ਨਹੀਂ ਕਰਵਾ ਰਹੀ ਤੇ ਸੁਮੇਧ ਸੈਣੀ ਕਹਿ ਰਹੇ ਕਿ ਸੀਬੀਆਈ ਆਵੇ, ਕਿਤੇ ਨਾ ਕਿਤੇ ਪ੍ਰੋਟੈਕਸ਼ਨ ਇਸੇ ਕਰਕੇ ਕਰ ਰਿਹਾ ਕਿਉਂਕਿ ਸੀਬੀਆਈ ਆਬਵੀਅਸਲੀ ਕਿਤੇ ਨਾ ਕਿਤੇ ਉਹਨੂੰ ਪ੍ਰੋਟੈਕਟ ਕਰ ਹੀ ਰਹੀ ਹੋਣੀ ਹੈ ਜੀ। ਅਦਰਵਾਈਜ਼ ਤਾਂ ਸੀਬੀਆਈ ਸੈਣੀ ਦੇ ਖਿਲਾਫ ਦਿੱਲੀ ਉਹਨੂੰ ਪ੍ਰੋਸੀਕਿਊਟ ਕਰ ਰਹੀ ਹੈ, ਜਿਹੜਾ ਦਿੱਲੀ ਟ੍ਰਾਇਲ ਭੁਗਤ ਰਿਹਾ ਸੈਣੀ, ਉਹਦੇ ਦੂਜੀ ਪਾਰਟੀ ਸੀਬੀਆਈ ਹੈ ਜੀ। ਔਰ ਜੱਜ ਸਾਹਿਬ ਨੇ ਆਪਣੇ ਆਰਡਰ ਦੇ ਵਿੱਚ ਲਿਖਿਆ ਹੈ ਕਿ ਸੀਬੀਆਈ ਪਹਿਲਾਂ ਸਟੈਂਡ ਲਵੇ, ਕਾਗਜ਼ ਇਹਨਾਂ ਕੋਲ ਹੈ ਕਿ ਨਹੀਂ ਹੈ। ਉਹ ਤਾਂ ਇਹ ਵੀ ਨਹੀਂ ਕਲੈਰੀਫਾਈ ਕਰ ਰਿਹਾ ਕਿ ਕਾਗਜ਼ ਹੈ ਨਹੀਂ ਜੀ। ਸੋ ਇਸ ਕਰਕੇ ਸੁਮੇਧ ਸੈਣੀ ਦੀ ਡੈਫੀਨਿਟਲੀ ਕਿਤੇ ਨਾ ਕਿਤੇ ਤਾਂ ਸੀਬੀਆਈ ਨੇ ਹੈਲਪ ਕੀਤੀ ਹੈ। ਹੁਣ ਉਹ ਕਿਉਂ ਕੀਤੀ ਹੈ ਉਹ ਤਾਂ ਉਹੀ ਦੱਸ ਸਕਦੇ ਆ ਜੀ। ਸਰ ਇਹਨਾਂ ਦੇ ਵਿੱਚ ਦੋ ਉਹਨਾਂ ਦੇ ਸਾਥੀ ਉਸ ਵੇਲੇ ਦੇ, ਕਿਉਂਕਿ ਜਦੋਂ ਚਾਰ ਦੀਵਾਰੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ, ਬਲਵਿੰਦਰ ਸਿੰਘ ਮੁਲਤਾਨੀ ਨੂੰ ਟੌਰਚਰ ਕੀਤਾ ਜਾ ਰਿਹਾ ਤੇ ਕੁਝ ਦੋ ਸਾਥੀ ਉਹਨਾਂ ਦੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਸਿੱਧੇ ਤੌਰ ਤੇ ਕੇਸ ਨੂੰ ਸਟਰੋਂਗ ਕੀਤਾ, ਜਿਨ੍ਹਾਂ ਨੇ ਕਿਹਾ ਹੈ ਕਿ ਨਹੀਂ ਸਾਡੇ ਸਾਹਮਣੇ ਹੋਇਆ, ਅੱਖਾਂ ਦੇ ਸਾਹਮਣੇ ਹੋਇਆ, ਬਲਵਿੰਦਰ ਸਿੰਘ ਮੁਲਤਾਨੀ ਦਾ ਕਤਲ ਹੋਇਆ, ਉਹ ਗਾਇਬ ਨਹੀਂ ਹੋਏ। ਹੁਣ ਉਹ ਗਵਾਹ ਬਣ ਜਾਂਦੇ ਨੇ, ਸਰਕਾਰੀ ਗਵਾਹ ਬਣਦੇ ਨੇ। ਕੀ ਉਹਨਾਂ ਤੇ ਵੀ ਕੋਈ ਇਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿ ਤੁਸੀਂ ਜੇ ਉਸ ਵੇਲੇ ਸ਼ਾਮਲ ਸੀ ਉਸ ਘਟਨਾ ਦੇ ਵਿੱਚ, ਜਦੋਂ ਇੱਕ ਇਨੋਸੈਂਟ ਬੰਦੇ ਨੂੰ ਟੌਰਚਰ ਕੀਤਾ ਜਾਂਦਾ ਹੈ ਤੇ ਟੌਰਚਰ ਤੋਂ ਬਾਅਦ ਉਹਨਾਂ ਦਾ ਕਤਲ ਹੋ ਜਾਂਦਾ ਹੈ, ਉਹਨਾਂ ਤੇ ਵੀ ਕੋਈ ਕਾਰਵਾਈ ਹੋਣੀ ਬਣਦੀ ਹੈ? ਵੇਖੋ ਉਹ ਐਕਿਊਜ਼ਡ ਸੀਗੇ ਇਸ ਕੇਸ ਦੇ ਵਿੱਚ, ਸੁਮੇਧ ਸੈਣੀ ਨਾਲ ਕੋ ਐਕਿਊਜ਼ ਸੀਗੇ। ਸੋ ਜਦੋਂ ਵਾਦਾ ਮਾਫ ਗਵਾਹ ਉਹਨਾਂ ਨੂੰ ਬਣਾ ਲਿਆ ਜਾਂਦਾ ਹੈ, ਉਹਦਾ ਮਤਲਬ ਹੀ ਆ ਹੁੰਦਾ ਹੈ ਕਿ ਮਾਫੀ ਮਿਲ ਗਈ ਉਹਨਾਂ ਨੂੰ ਜੁਰਮ ਤੋਂ, ਔਰ ਉਹਨਾਂ ਨੇ ਸਾਰੀ ਡਿਟੇਲ ਦੇਤੀ, ਜਿਸ ਕਰਕੇ ਕੇਸ ਦੇ ਵਿੱਚ ਜਿਹੜੀ ਮਿਸਿੰਗ ਐਵੀਡੈਂਸ ਸੀ ਉਹ ਕੰਪਲੀਟ ਹੋ ਗਈ ਜੀ। ਸੋ ਇਸ ਕਰਕੇ ਉਹਨਾਂ ਤੇ ਐਕਸ਼ਨ ਨਹੀਂ ਹੁੰਦਾ, ਫਿਰ ਉਹਨਾਂ ਨੂੰ ਮਾਫੀ ਦੇ ਦਿੱਤੀ ਜਾਂਦੀ ਹੈ ਜੀ। ਸੋ ਇੱਥੇ ਕਿਉਂਕਿ ਉਹ ਪ੍ਰਿੰਸੀਪਲ ਅਫੈਂਡਰ ਨਹੀਂ ਹੈ, ਉਹ ਸਿਰਫ ਆਈ ਵਿਟਨੈਸ ਨੇ, ਇਸ ਕਰਕੇ ਔਰ ਕੁਝ ਡਾਕੂਮੈਂਟ ਸਾਈਨ ਕੀਤੇ ਹੈ, ਤਿਆਰ ਕੀਤੇ ਹੈ ਜੀ, ਝੂਠੇ ਕਾਗਜ਼ ਮਤਲਬ। ਸੋ ਇਸ ਕਰਕੇ ਉਹਨਾਂ ਦੇ ਉੱਤੇ ਉਹ ਉਸ ਹੱਦ ਤੱਕ ਦੀ ਲਾਇਬਿਲਿਟੀ ਨਹੀਂ, ਉਹਨਾਂ ਦੇ ਮਾਫੀ ਦਾ ਕੇਸ ਹੈ। ਅਦਾਲਤ ਵੱਲੋਂ ਉਹਨਾਂ ਨੂੰ ਮਾਫੀ ਦਿੱਤੀ ਜਾ ਰਹੀ ਹੈ ਜੀ, ਤਾਂ ਹੀ ਉਹ ਪ੍ਰੋਸੀਕਿਊਸ਼ਨ ਵਿਟਨੈਸ ਬਣ ਰਹੇ ਹੈ। ਸੋ ਹੁਣ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਜੇ ਉਹ ਸਟੈਂਡ ਤੇ ਰਹਿਣਗੇ, ਹਾਂ ਜੇ ਆਪਣੀ ਗੱਲ ਤੋਂ ਪਲਟਦੇ ਹੈ ਉਹ ਦੁਬਾਰਾ ਅਕਿਊਜ਼ਡ ਬਣ ਜਾਣਗੇ ਜੀ। ਸਰ ਉਹ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਸ ਵੇਲੇ ਦਾ ਪੁਲਿਸ ਪ੍ਰਸ਼ਾਸਨ ਕੁਝ ਹੋਰ ਸੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਉਦੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਤੁਸੀਂ ਵੀ ਆਈਪੀਐਸ ਕਲੀਅਰ ਕੀਤਾ 2006 ਦੇ ਵਿੱਚ ਤੇ ਤੁਸੀਂ ਟ੍ਰੇਨਿੰਗ ਵੀ ਕਰਦੇ ਸੀ ਤੇ ਉਸ ਤੋਂ ਬਾਅਦ ਤੁਸੀਂ ਛੱਡ ਦਿੱਤਾ। ਤੁਸੀਂ ਸਿਸਟਮ ਨੂੰ ਕਿਵੇਂ ਦੇਖਦੇ ਹੋ? ਇੱਕ ਇਸ ਕੇਸ ਤੋਂ ਆਪਾਂ ਵੱਖਰਾ ਸਵਾਲ ਕਰ ਲੈਂਦੇ ਹਾਂ, ਪੰਜਾਬ ਪੁਲਿਸ ਤੇ ਬੜੇ ਸਵਾਲ ਉੱਠਦੇ ਹੁੰਦੇ ਆ, ਇਸ ਕੇਸ ਦੇ ਵਿੱਚ ਵੀ ਆਪਾਂ ਕਈ ਚੀਜ਼ਾਂ ਤੇ ਸਵਾਲੀਆ ਚਿੰਨ੍ਹ ਲਗਾ ਚੁੱਕੇ ਹਾਂ। ਸਿਸਟਮ ਨੂੰ ਕਿਵੇਂ ਦੇਖਦੇ ਹੋ?
ਦੇਖੋ ਸਿਸਟਮ ਕਦੇ ਵੀ ਪਰਫੈਕਟ ਨਹੀਂ ਹੁੰਦਾ, ਸਿਸਟਮ ਇਵੋਲਵ ਕਰਦਾ ਰਹਿੰਦਾ ਹੈ, ਅਪਸ ਐਂਡ ਡਾਊਨਸ ਹੁੰਦੇ ਰਹਿੰਦੇ ਆ। ਔਰ ਜਦੋਂ ਵੀ ਕੋਈ ਚੀਜ਼ ਖਰਾਬ ਹੋਣ ਵੱਲ ਜਾਂਦੀ ਹੈ, ਇੱਕ ਉਹਦੇ ਮਤਲਬ ਜਿਹਨੂੰ ਕਹਿੰਦੇ ਆ ਕਿ ਕਾਊਂਟਰ ਉਹਦਾ ਤਿਆਰ ਹੁੰਦਾ ਰਹਿੰਦਾ। ਸੋ ਸਿਸਟਮ ਇਨਸਾਨਾਂ ਤੋਂ ਹੈ, ਇਨਸਾਨਾਂ ਨੇ ਹੀ ਸਿਸਟਮ ਬਣਾਇਆ ਹੈ, ਆਪਣੇ ਸਰਵਾਈਵਲ ਲਈ ਬਣਾਇਆ ਹੈ। ਜੇ ਸਿਸਟਮ ਖਰਾਬ ਹੋ ਰਿਹਾ ਹੈ, ਸਾਡਾ ਫਰਜ਼ ਹੈ ਇਸ ਸਿਸਟਮ ਨੂੰ ਠੀਕ ਕਰਨਾ ਜੀ। ਸਾਨੂੰ ਸਾਡੇ ਗੁਰੂਆਂ ਨੇ ਇਹ ਨਹੀਂ ਸਿਖਾਇਆ ਕਿ ਜੇ ਸਿਸਟਮ ਖਰਾਬ ਹੋ ਗਿਆ ਸਿਸਟਮ ਤੋਂ ਭੱਜੋ ਜੀ। ਜੇ ਸਿਸਟਮ ਖਰਾਬ ਹੋ ਰਿਹਾ, ਲੜੋ ਸਿਸਟਮ ਦੇ ਵਿੱਚ, ਉੱਥੇ ਰਹਿੰਦਿਆਂ ਹੋਇਆਂ ਲੜੋ, ਸਿਸਟਮ ਨੂੰ ਅਪੋਜ਼ ਕਰੋ, ਉਹਨੂੰ ਸੁਧਾਰੋ। ਇਲੀਗਲੀ ਨਹੀਂ, ਲੀਗਲੀ ਲੜੋ। ਗੁਰੂ ਸਾਹਿਬ ਨੇ ਕਿਹਾ ਕੋਈ ਕਿਸੇ को राज न दे है, जो ले है निज बल से ले है। अपने बल नाल राज एस्टैबलिश करो और ਉਹ ਰਾਜ ਇਨਸਾਨੀਅਤ ਦਾ ਹੋਵੇ ਜੀ। ਸਿਸਟਮ ਤੱਕ ਜਦੋਂ ਵੀ ਕੋਈ ਚੀਜ਼ ਆਊਗੀ, ਮੰਨ ਲਓ ਤੁਸੀਂ ਬਾਜ਼ਾਰੋਂ ਕੋਈ ਫਰੂਟ ਜਾਂ ਵੈਜੀਟੇਬਲ ਲੈ ਆਓ, ਉਹ ਵੀ ਤਾਂ ਪਈ ਸੜ ਜਾਂਦੀ ਹੈ ਜੀ। ਇਨਸਾਨ ਮਰ ਜੇ ਪਿਆ ਉਹ ਡੈਡ ਬੋਡੀ ਗਲ ਜਾਂਦੀ ਹੈ। ਬਿਲਕੁਲ। ਸੋ ਇੱਕ ਸਿਸਟਮ ਵੀ ਉਹੋ ਜਿਹੀ ਚੀਜ਼ ਹੈ ਜਿਹਨੂੰ ਜੇ ਤੁਸੀਂ ਇੰਪਰੂਵ ਨਹੀਂ ਕਰੋਗੇ, ਉਹਦੇ 'ਚ ਕਨਸਟੈਂਟ ਐਫਰਟ ਨਹੀਂ ਪੁੱਟ ਇਨ ਕਰੋਗੇ, ਉਹ ਸਿਸਟਮ ਡਿਟੀਰੀਓਰੇਟ ਕਰੂਗਾ ਜੀ। ਹੁਣ ਸੈਣੀ ਵਰਗਿਆਂ ਨੇ ਜੇ ਸਿਸਟਮ ਖਰਾਬ ਕੀਤਾ ਹੈ ਤੇ ਉਹਨੂੰ ਪਨਿਸ਼ ਕਰਵਾ ਕੇ, ਉਹਦੀ ਇੱਕ ਐਗਜ਼ਾਮਪਲ ਸੈੱਟ ਕਰਵਾ ਕੇ ਜੀ, ਇਹ ਸਾਨੂੰ ਇਨਸ਼ੋਰ ਕਰਨਾ ਹੈ ਕਿ ਸਿਸਟਮ ਠੀਕ ਰਵੇ ਔਰ ਇਹਦੇ ਵਰਗੇ ਹੋਰ ਅਫਸਰ ਨਾ ਪੈਦਾ ਹੋਣ ਜੀ, ਨਾ ਇਹਦੇ ਵਰਗੇ ਬਣਨ ਦੀ ਹਿੰਮਤ ਕਰ ਸਕਣ ਜੀ। ਨਹੀਂ ਤਾਂ ਬਹੁਤ ਗਲਤ ਮੈਸੇਜ ਜਾਊਗਾ ਕਿ ਜੀ ਸੁਮੇਧ ਸਿੰਘ ਸੈਣੀ ਵਰਗਿਆਂ ਨੇ ਇੰਨੀ ਇਲੀਗਲ ਹਰਕਤਾਂ ਕੀਤੀਆਂ, ਇੰਨੀ ਤਸ਼ੱਦਦ ਕੀਤੀ ਐਂਡ ਬਚ ਕੇ ਨਿਕਲ ਗਿਆ, ਸੋ ਸਾਨੂੰ ਵੀ ਉਹੋ ਜਿਹਾ ਬਣਨਾ ਚਾਹੀਦਾ ਹੈ। ਇਹ ਉਹੋ ਜਿਹਾ ਆਈਡੀਅਲ ਨਹੀਂ ਹੋਣਾ ਚਾਹੀਦਾ ਆਫਿਸਰਸ ਦਾ। ਔਰ ਜਿੰਨੇ ਅਫਸਰ ਇਹਨੂੰ ਆਪਣਾ ਗੁਰੂ ਮੰਨਦੇ ਆ, ਉਹਨਾਂ ਅਫਸਰਾਂ ਦੀ ਨੀਂਦ ਹਰਾਮ ਹੋ ਜਾਏ ਕਿ ਜੇ ਅਸੀਂ ਆਹ ਰਾਹ ਤੇ ਗਏ ਬਿਲਕੁਲ ਤੇ ਸਾਡਾ ਆਹੀ ਅੰਜਾਮ। ਐਗਜ਼ਾਮਪਲ ਸੈੱਟ ਹੋਣਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਤੇ ਸਿਸਟਮ ਆਪੇ ਹੀ ਉਹਦੇ ਨਾਲ ਸੁਧਰ ਜਾਂਦਾ ਹੈ ਜੀ। ਸਰ ਇਸ ਤਰ੍ਹਾਂ ਦੇ ਕੇਸ ਹੋਰ ਕਿੰਨਿਆਂ ਕੁ ਦੇ ਵਿੱਚ ਹੈ ਜਿਸ ਤਰੀਕੇ ਦੀ ਰਿਲੀਫ ਕੋਰਟ ਦੇ ਵੱਲੋਂ ਇਹਨਾਂ ਨੂੰ ਦਿੱਤੀ ਜਾਂਦੀ ਹੈ? ਜਦੋਂ ਅਰੈਸਟ ਵਾਰੰਟ ਵੀ ਜਾਰੀ ਹੁੰਦੇ ਨੇ, ਉਸ ਤੋਂ ਬਾਅਦ ਰਿਲੀਫ ਮਿਲ ਜਾਂਦੀ ਹੈ ਕੋਰਟ ਤੋਂ ਕਿ ਨਹੀਂ ਜੀ ਇਹਨਾਂ ਨੂੰ ਗ੍ਰਿਫਤਾਰ ਹਾਲੇ ਨਹੀਂ ਕੀਤਾ ਜਾ ਸਕਦਾ। ਸੁਮੇਧ ਸੈਣੀ ਦੇ ਕੇਸ ਤੋਂ ਵੱਖਰਾ ਹੋਰ ਕਿੰਨੇ ਕੁ ਕੇਸਾਂ 'ਚ ਇਸ ਤਰੀਕੇ ਹੁੰਦਾ ਹੋਊਗਾ, ਇਸ ਤਰੀਕੇ ਦੀ ਰਿਲੀਫ ਮਿਲਦੀ ਹੋਊਗੀ? ਇੰਟਰਿਮ ਮਿਲ ਗਈ ਸੀ ਸੈਣੀ ਨੂੰ, ਲੇਕਿਨ ਜਦੋਂ ਅਸੀਂ ਉਹੀ ਚੀਜ਼ਾਂ ਸ਼ੋਅ ਕੀਤੀਆਂ ਕੋਰਟ ਨੂੰ ਕਿ ਜੀ ਇੱਕ ਵਾਰੀ ਗਵਾਹੀ ਤਾਂ ਦੇਖੋ, ਕਿਉਂਕਿ ਇੱਕ ਪ੍ਰੋਬਲਮ ਸਾਨੂੰ ਕੀ ਆ ਰਹੀ ਹੈ, ਕੋਰਟਸ ਫੁੱਲੀ ਫੰਕਸ਼ਨਲ ਨਹੀਂ ਹੈ ਜੀ। ਇੰਨਾ ਪੁਰਾਣਾ ਕੇਸ ਹੈ, ਫਿਰ ਵਾਦਾ ਮਾਫ ਗਵਾਹ ਸਿਰਫ ਸੀਜੀਐਮ ਦੇ ਫਾਈਨਲ ਆਰਡਰ ਤੋਂ ਬਣਨੇ ਸੀ। ਸੀਜੀਐਮ ਮੈਡਮ ਲਿਮਿਟਿਡ ਦਿਨਾਂ 'ਚ ਬੈਠ ਰਹੇ ਸੀ, ਆਰਡਰ ਉਹਨਾਂ ਨੇ ਜਿੰਦਰ ਬੈਠਣਾ ਸੀ ਉਦੋਂ ਹੋਣਾ ਸੀ। ਸੋ ਉਹਨਾਂ ਚੀਜ਼ਾਂ ਕਰਕੇ ਵੀ ਡਿਲੇ ਹੋ ਰਿਹਾ ਸੀ। ਫਾਈਨਲੀ ਜਦੋਂ ਉਹਨਾਂ ਨੇ ਅਪਰੂਵਰ ਦਾ ਬੜਾ ਵਧੀਆ ਆਰਡਰ ਕੀਤਾ ਕਿ ਮਤਲਬ ਸੀਜੀਐਮ ਮੈਡਮ ਦੇ ਆਰਡਰ ਤੋਂ ਬਾਅਦ ਹੀ ਇਹ ਵਾਦਾ ਮਾਫ ਗਵਾਹ ਬਣੇ ਹੈ। ਹੁਣ ਜਦੋਂ ਤੱਕ ਉਹ ਐਵੀਡੈਂਸ ਨਾਲ ਨਹੀਂ ਲੱਗਦੀ ਤੇ ਜਿਹੜੀ ਇਹਨੂੰ ਇੰਟਰਿਮ ਪ੍ਰੋਟੈਕਸ਼ਨ ਮਿਲੀ ਸੀ ਉਹ ਤਾਂ ਕੰਟੀਨਿਊ ਕਰੂਗੀ ਨਾ ਜੀ। ਭਾਵੇਂ ਇੰਟਰਿਮ ਮਿਲੀ, ਫਾਈਨਲੀ ਜੱਜ ਸਾਹਿਬ ਨੇ ਇਹਦੀ ਡਿਸਮਿਸ ਕੀਤੀ। ਸਾਨੂੰ ਤਾਂ ਆਹ ਦੇਖਣਾ ਕਿ ਅਖੀਰ 'ਚ ਇਹਨੂੰ ਰਿਲੀਫ ਨਹੀਂ ਮਿਲਿਆ। ਹੁਣ ਜੇ 2 ਦਿਨਾਂ 'ਚ ਜਾਂ 3 ਦਿਨਾਂ 'ਚ ਐਸਆਈਟੀ ਉਹਨੂੰ ਨਹੀਂ ਫੜ ਸਕਦੀ ਤੇ ਇਹਦੇ 'ਚ ਕੋਰਟ ਤਾਂ ਕੁਝ ਨਹੀਂ ਕਰ ਰਹੀ। ਕੋਰਟ ਨੇ ਤਾਂ ਟਾਈਮ ਖੁੱਲ੍ਹਾ ਦੇਤਾ। ਉਸ ਤੋਂ ਇਲਾਵਾ 2 ਦਿਨ ਵਿੱਚ ਐਸਆਈਟੀ ਕੋਲ ਅੱਧੇ ਦਿਨ ਦਾ ਟਾਈਮ ਸੀ, ਚਾਹੁੰਦੇ ਫੜ ਲੈਂਦੇ। ਉਮੀਦ ਰੱਖਦੇ ਹੋ? ਕਿੰਨੀ ਕੁ ਉਮੀਦ ਹੈ ਕਿ ਉਮੀਦ ਰੱਬ 'ਚ ਹੀ ਹੈ, ਤੁਹਾਡੇ ਦਰਸ਼ਕਾਂ ਦੀ ਅਰਦਾਸਾਂ 'ਚ ਨਹੀਂ। ਮੈਂ ਸਿਸਟਮ ਦੀ ਗੱਲ ਕਰਾਂ, ਸਿਸਟਮ ਤੋਂ ਥੋੜੀ ਉਮੀਦ ਰੱਖੀ ਦੀ ਹੈ। ਸਿਸਟਮ ਦੀਆਂ ਕਮੀਆਂ ਆਪਾਂ ਪੂਰੀਆਂ ਕਰਨੀਆਂ। ਦੇਖੋ ਸਿਸਟਮ ਆਪਣੇ ਆਪ ਕਦੇ ਨਹੀਂ ਚੱਲਦੇ। ਸਿਸਟਮ ਜੇ ਆਪਾਂ ਸੋਚੀਏ, ਸਿਸਟਮ ਇਜ਼ ਅ ਜਿਵੇਂ ਇੱਕ ਤੁਸੀਂ ਵੈਜੀਟੇਬਲ ਜੇ ਗਰੋ ਕਰ ਰਹੇ ਹੋ, ਉਹ ਗਰੋ ਕਰ ਰਹੀ ਹੈ, ਤੁਸੀਂ ਉਹਨੂੰ ਪਾਣੀ ਨਹੀਂ ਦੇਣਾ, ਉਹਨੂੰ ਨਰਚਰ ਕਰਨਾ ਹੈ, ਪਾਣੀ ਦੇਣਾ ਹੈ, ਖਾਦ ਪਾਉਣੀ ਹੈ, ਤਾਂ ਉਹ ਸਬਜ਼ੀਆਂ ਉਗਦੀਆਂ ਜੀ। ਬਿਲਕੁਲ। ਫੁੱਲ ਕਦੋਂ, ਗੁਲਾਬ ਦਾ ਫੁੱਲ ਬਹੁਤ ਸੋਹਣਾ ਲੱਗਦਾ ਪਰ ਪੌਦੇ ਨੂੰ ਪਾਣੀ ਪਾਉਣਾ ਬਹੁਤ ਜ਼ਰੂਰੀ ਹੈ ਜੀ। ਸੋ ਉਹੀ ਫੁੱਲ ਕੱਟ ਲਓ, ਥੋੜੀ ਦੇਰ ਸੁੱਕ ਜਾਂਦਾ ਹੈ। ਸਿਸਟਮ ਉਹੋ ਜਿਹਾ ਹੁੰਦਾ ਹੈ ਜੀ। ਜਦੋਂ ਤੱਕ ਉਹਨੂੰ ਸਿੰਚਦੇ ਰਹੋ, ਉਹ ਉਸ ਦਿਸ਼ਾ 'ਚ ਜਾਂਦਾ ਜਿੱਥੇ ਤੁਸੀਂ ਚਾਹੁੰਦੇ ਹੋ ਜੀ। ਔਰ ਜਿਸ ਤਰ੍ਹਾਂ ਸਿੰਚ ਰਹੇ ਹੋ, ਪੌਦੇ ਦੀ ਜੜ 'ਚ ਪਾਣੀ ਪਾਇਆ ਫੁੱਲੂਗਾ, ਲੱਸੀ ਪਾਇਆ ਉਹ ਖਤਮ ਹੋ ਜਾਊਗਾ ਜੀ। ਇਹ ਉਹੋ ਜਿਹੀ ਚੀਜ਼ ਹੁੰਦੀ ਹੈ ਕਿ ਕਿਹੜੀ ਚੀਜ਼ ਨਾਲ ਤੁਸੀਂ ਸਿਸਟਮ ਨੂੰ ਸਿੰਚ ਰਹੇ ਹੋ ਜੀ। ਸੁਮੇਧ ਸੈਣੀ ਵਰਗੇ ਆਪਣੇ ਰਾਹ ਨਾਲ ਸਿੰਚ ਰਹੇ ਹੈ ਜੀ, ਹੈਵਾਨੀਅਤ ਦੇ ਰਾਹ ਨਾਲ ਜਾਂ ਇਨਸਾਨੀਅਤ ਦੇ ਰਾਹ ਨਾਲ। ਉੱਥੋਂ ਹੀ ਸਿਸਟਮ ਦਾ ਰਾਹ ਹੈ। ਔਰ ਜਿੱਥੇ ਜਿੱਥੇ ਗਲਤ ਚੀਜ਼ ਹੈ, ਸਾਨੂੰ ਤਾਂ ਦੇਖੋ ਗੁਰੂ ਸਾਹਿਬ ਨੇ ਜੋ ਸਿੱਖਿਆ ਦਿੱਤੀ ਹੈ, ਸਾਨੂੰ ਤਾਂ ਉਹਦੇ ਬਾਰੇ ਸੋਚਣਾ ਹੈ, ਇਹਦੇ ਵਰਗਿਆਂ ਤੋਂ ਥੋੜ੍ਹੀ ਸੋਚਣਾ ਹੈ ਜੀ। ਬਿਲਕੁਲ। ਸਰ ਉਹਦੇ 'ਚ ਕੋਈ ਮਤਲਬ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਸੀ ਕਿ ਵੀ ਮਤਲਬ ਦੇਖੋ ਹੁਣ ਬੜੀ ਸਿੰਪਲ ਜੀ ਮੈਂ ਇੱਕ ਐਗਜ਼ਾਮਪਲ ਹਮੇਸ਼ਾ ਦਿੰਦਾ ਕਿ ਜੇ ਗੁਰੂ ਸਾਹਿਬ ਆਪਣੇ 4 ਸਾਹਿਬਜ਼ਾਦੇ ਸ਼ਹੀਦ ਕਰਵਾ ਗਏ ਸਾਡੇ ਲਈ, ਤੇ ਸਾਡੇ ਲਈ ਹੋਰ ਰਾਹ ਕੀ ਹੈ? ਉਹ ਵੀ ਤਾਂ ਸਿਸਟਮ ਦੇ ਖਿਲਾਫ ਹੀ ਖੜੇ ਹੋਏ ਸੀ ਔਰ ਉਹਨਾਂ ਨੇ ਕਿਹਾ ਸੀ ਇਸ ਹੱਦ ਤੱਕ ਦੀ ਕੁਰਬਾਨੀ ਲਈ ਤਿਆਰ ਰਹੋ।
ਤਾਂ ਹੀ ਉਹਨਾਂ ਨੇ ਕਿਹਾ ਸੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡੇ ਆਸ, ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਉਹ ਰਹਾ ਹੈ। ਸੋ ਸਿਸਟਮ ਨੂੰ ਦੁਬਾਰਾ ਉਸ ਸਟੇਜ ਤੇ ਲੈ ਜਾਵਾਂਗੇ। ਬਿਲਕੁਲ ਸਰ ਜੀ, ਇਸ ਤਰ੍ਹਾਂ ਦੇ ਵਿਅਕਤੀ ਦੇ ਖਿਲਾਫ ਜਦੋਂ ਤੁਸੀਂ ਖੜੇ ਹੋਣਾ, ਸਿੱਧੇ ਤੌਰ ਤੇ ਤੁਹਾਡੇ ਕੋਲੇ ਕੇਸ ਆਉਂਦਾ ਬਲਵਿੰਦਰ ਸਿੰਘ ਮੁਲਤਾਨੀ ਦਾ, ਤੁਸੀਂ ਕੀ ਸੋਚ ਕੇ ਇਹਨੂੰ ਯੈਸ ਕਰਦੇ ਹੋ? ਕਿਉਂਕਿ ਬਹੁਤੇ ਇਸ ਤਰ੍ਹਾਂ ਦੇ ਲੋਕ ਹੋਣੇ ਨੇ ਜਿਹੜੇ ਸੁਮੇਧ ਸਿੰਘ ਸੈਣੀ ਬਾਰੇ ਜਾਣਦੇ ਨੇ ਕਿ ਨਹੀਂ ਉਹ ਇੱਕ ਧਾਕੜ ਪਰਸਨੈਲਿਟੀ ਹੈ, ਉਹਦੇ ਨਾਲ ਪੰਗਾ ਨਹੀਂ ਲੈ ਸਕਦੇ। ਤੁਹਾਨੂੰ ਵੀ ਇਸ ਤਰੀਕੇ ਦੀਆਂ ਗੱਲਾਂ ਤੁਹਾਡੇ ਸਾਹਮਣੇ ਕਦੇ ਆਈਆਂ ਹੋਣਗੀਆਂ, ਫੈਸਲਾ ਕਿਵੇਂ ਸੀ? ਵੇਖੋ ਪਹਿਲੀ ਗੱਲ, ਜਦੋਂ ਕੇਸ ਆ ਗਿਆ, ਜਦੋਂ ਸੁਮੇਧ ਸਿੰਘ ਸੈਣੀ ਮੇਰਾ ਕੋਈ ਦੋਸਤ ਨਹੀਂ ਹੈ ਤੇ ਮੈਂ ਕਿਉਂ ਸੋਚਾਂਗਾ ਕਿ ਉਹਦੇ ਖਿਲਾਫ ਕੇਸ ਨਹੀਂ ਲਾਣਾ। ਜੀ, ਮੰਨ ਲਓ ਤੁਸੀਂ ਮੇਰੇ ਦੋਸਤ ਹੋ, ਕੋਈ ਮੇਰੇ ਕੋਲ ਕਵੇ ਜੀ ਤੁਹਾਡੇ ਖਿਲਾਫ ਕੇਸ ਹੈ, ਮੈਂ ਉਹਨੂੰ ਤਾਂ ਨਾ ਕਵਾਂਗਾ ਕਿ ਯਾਰ ਮੈਂ ਕੇਸ ਲੈ ਨਹੀਂ ਸਕਦਾ, ਉਹ ਮੇਰੇ ਦੋਸਤ ਨੇ। ਸੁਮੇਧ ਸਿੰਘ ਸੈਣੀ ਤਾਂ ਇੱਕ ਦਾਗਦਾਰ ਵਰਦੀ ਵਾਲਾ ਹੈ ਜਿਹਦੀ ਐਗਜ਼ਾਮਪਲ ਸੈੱਟ ਕਰਨੀ ਬਹੁਤ ਜ਼ਰੂਰੀ ਹੈ। ਇਹਦੇ ਖਿਲਾਫ ਜੇ ਕਲਾਇੰਟ ਨੇ ਆ ਕੇ ਕਿਹਾ ਕੇਸ ਲੜਨਾ ਹੈ ਤੇ ਮੈਂ ਕਦੇ ਸੋਚਾਂਗਾ ਹੀ ਨਹੀਂ ਉਸ ਚੀਜ਼ ਨੂੰ ਕਿ ਮੈਂ ਨਾ ਕਵਾਂ। ਇਹਦੀ ਤਾਂ ਮੈਂ ਕਹਿੰਦਾ ਐਗਜ਼ਾਮਪਲ ਬਣਾਓ। ਮੈਂ ਆਪ ਵਰਦੀ ਪਾਈ ਹੈ, ਮੈਨੂੰ ਪਤਾ ਵਰਦੀ ਵਾਲੇ ਕਿੰਨੇ ਸ਼ਰਮਸਾਰ ਹੋਏ ਆ ਇਹਦੇ ਕਰਕੇ। ਇਹ ਬਹੁਤ ਜ਼ਰੂਰੀ ਹੈ ਵਰਦੀ ਦੇ ਵਿੱਚ ਫੇਥ ਰਿਸਟੋਰ ਕਰਨਾ। ਜੇ ਅਸੀਂ ਇਹੋ ਜਿਹਾਂ ਦੀ ਤਾਂ ਐਗਜ਼ਾਮਪਲ ਬਣਾਉਣ ਦੇ ਲਈ, ਇਹਦੀ ਕਾਨੂੰਨ ਦਾ ਡਰ ਇਹੋ ਜਿਹਾਂ ਦੇ ਵਿੱਚ ਇਨਫਿਊਜ਼ ਕਰਨ ਦੇ ਲਈ ਕੇਸ ਲੜਨਾ ਬਹੁਤ ਜ਼ਰੂਰੀ ਹੈ ਔਰ ਇਨਸਾਫ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਨਾ ਤਾਂ ਮੈਨੂੰ ਇਹਦੇ ਵਰਗਿਆਂ ਤੋਂ ਡਰ ਲੱਗਦਾ ਹੈ, ਔਰ ਇਹ ਇਕੱਲਾ ਨਹੀਂ ਹੈ ਜਿਹੜਾ ਦਾਗੀ ਅਫਸਰ ਹੈ ਜਿਹਦੇ ਮੈਂ ਖਿਲਾਫ ਜਾ ਰਿਹਾ। ਜਿੱਥੇ ਜਿੱਥੇ ਕੋਈ ਵਰਦੀ ਵਾਲਾ ਸਹੀ ਹੈ ਮੈਂ ਉਹਨਾਂ ਲਈ ਖੜਾ ਹੋਇਆ, ਔਰ ਜਿੱਥੇ ਕੋਈ ਗਲਤ ਹੈ ਮੈਂ ਉਹਦੇ ਖਿਲਾਫ ਖੜਾ ਹੋਇਆ ਜੀ। ਸੋ ਇਸ ਕਰਕੇ ਨਾ ਮੈਨੂੰ ਇਹਦੇ ਵਰਗਿਆਂ ਤੋਂ ਡਰ ਲੱਗਿਆ, ਨਾ ਮੈਨੂੰ ਕਦੇ ਡਰ ਲੱਗੂਗਾ ਜੀ। ਔਰ ਮਤਲਬ ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਨਾ ਮੈਂ ਕੋਈ ਸੋਚਿਆ ਕੇਸ ਲੈਣ ਤੋਂ ਪਹਿਲਾਂ, ਜਦੋਂ ਕਲਾਇੰਟ ਨੇ ਆ ਕੇ ਕਿਹਾ ਮੈਂ ਕਿਹਾ ਜੀ ਲੋ ਵਕਾਲਤਨਾਮਾ ਸਾਈਨ ਕਰੋ, ਹੋ ਜਾਣਾ ਪੇਸ਼ ਜੀ। ਸਰ ਇਸ ਤਰ੍ਹਾਂ ਦੇ ਕੇਸ, ਕਿਉਂਕਿ ਆਪਾਂ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਪਹਿਲਾ ਕੇਸ ਤਾਂ ਹੈ ਨਹੀਂ ਹੈ ਮੁਲਤਾਨੀ ਬਲਵਿੰਦਰ ਸਿੰਘ ਮੁਲਤਾਨੀ ਹੋਰਾਂ ਦਾ। ਬਹੁਤ ਸਾਰੇ ਇਦਾਂ ਦੇ ਲੋਕ ਹੋਣਗੇ ਜਿਹੜੇ ਉਸ ਦੌਰ ਦੇ ਵਿੱਚ ਹੋਣਗੇ, ਉਹਨਾਂ ਨੂੰ ਵੀ ਤੁਹਾਨੂੰ ਦੇਖ ਕੇ ਕਿਤੇ ਨਾ ਕਿਤੇ ਉਮੀਦ ਦੀ ਰਾਹ ਦਿਖੀ ਹੋਣੀ ਆ, ਜਿਨ੍ਹਾਂ ਦੇ ਵਿੱਚ ਸੁਮੇਧ ਸਿੰਘ ਸੈਣੀ ਹੀ ਇਨਵੋਲਵ ਹੋਣਗੇ ਕਿਤੇ ਨਾ ਕਿਤੇ। ਤੁਹਾਡੇ ਕੋਲੇ ਹੋਰ ਵੀ ਕੁਝ ਕੇਸ ਆਏ? ਦੇਖੋ ਕੇਸ ਆਏ ਹੈ ਬਹੁਤ, ਉਹ ਐਗਜ਼ਾਮਿਨ ਕਰ ਰਹੇ ਹਾਂ। ਮੈਂ ਉਹਨਾਂ ਦੀ ਆਈਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦਾ ਬੰਦਿਆਂ ਦੀ। ਕੁਝ ਲੋਕ ਇਹੋ ਜਿਹੇ ਆਏ ਹੈ ਜਿਹੜੇ ਇਸ ਕੇਸ ਦੇ ਵਿੱਚ ਵਿਟਨੈਸ ਬਣ ਕੇ ਅੱਗੇ ਆਏ ਹੈ ਜੀ, ਜਿਨ੍ਹਾਂ ਨੂੰ ਇਸ ਕੇਸ ਦੀਆਂ ਡਿਟੇਲਸ ਪਤਾ ਸੀ, ਪਰ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਸੀ ਅਸੀਂ ਕਿੱਥੇ ਜਾਈਏ। ਉਹਨਾਂ ਨੇ ਕਿਤੇ ਇੰਟਰਵਿਊ ਦੇਖੀ, ਹਾਂ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਤੇ ਮੈਂ ਕਿਹਾ ਜੀ ਪਹਿਲਾਂ ਸਟੇਟਮੈਂਟ ਦਰਜ ਕਰਾਓ ਆਪਣੀ ਐਸਆਈਟੀ ਕੋਲ, ਮੇਰੇ ਕੋਲ ਕਿਉਂ ਆਉਣਾ ਹੈ। ਬਿਲਕੁਲ। ਉਹ ਫਿਰ ਗਵਾਹ ਬਣੇ ਇਸ ਕੇਸ ਨੂੰ। ਕਿ ਰਾਜੇਸ਼ ਰਾਜਾ ਨਾਂ ਦਾ ਬੰਦਾ ਹੈ ਜਿਹਨੇ ਅਖਬਾਰ 'ਚ ਕਿਤੇ ਜਾਂ ਪਤਾ ਨਹੀਂ ਸੋਸ਼ਲ ਮੀਡੀਆ ਤੇ ਪੜ੍ਹਿਆ, ਉਹ ਉਸ ਰਾਤ ਲੌਕਅਪ 'ਚ, ਉਹ ਜਾ ਕੇ ਐਸਆਈਟੀ ਕੋਲ ਬਿਆਨ ਦੇ ਕੇ ਆਇਆ ਜੀ। ਇੱਕ ਕਿਸੇ ਨੂੰ ਸੁਮੇਧ ਸਿੰਘ ਸੈਣੀ ਨੇ ਝੂਠੇ ਕੇਸ ਦੇ ਵਿੱਚ ਅੰਦਰ ਦਿੱਤਾ ਸੀ, ਉਹਨਾਂ ਕੋਲ ਕਿਹਾ ਕਿ ਮੈਂ ਜਿਵੇਂ ਮੁਲਤਾਨੀ ਮਾਰਤਾ ਸੀ ਮੈਂ ਤੈਨੂੰ ਮਾਰ ਦੂੰ। ਉਹਨਾਂ ਨੇ ਇਸ ਚੀਜ਼ 'ਤੇ ਕੰਪਲੇਂਟਸ ਵੀ ਪਾ ਰੱਖੀਆਂ ਸੀ ਜੀ। ਉਹ ਵਿਟਨੈਸ ਬਣੇ, ਉਹ ਮੈਨੂੰ ਮਿਲੇ। ਮੈਂ ਕਿਹਾ ਜਾ ਕੇ ਫਿਰ ਤੁਸੀਂ ਤਾਂ ਸਟੇਟਮੈਂਟ ਦਿਵਾਓ, ਔਰ ਜਿੱਥੇ ਤੁਸੀਂ ਕੰਪਲੇਂਟਸ ਦਿੱਤੀਆਂ ਉਹ ਡਾਕੂਮੈਂਟਸ ਲੈ ਕੇ ਆਓ ਜੀ। ਉਹਨਾਂ ਨੇ ਸਾਰਾ ਕੀਤਾ। ਸੋ ਇਹੋ ਜਿਹੀਆਂ ਬਹੁਤ ਚੀਜ਼ਾਂ ਅੱਗੇ ਆਈਆਂ ਔਰ ਆ ਵੀ ਰਹੀਆਂ, ਬਹੁਤ ਲੋਕ ਅੱਗੇ ਆ ਰਹੇ ਆ, ਬਹੁਤ ਐਵੀਡੈਂਸ ਅੱਗੇ ਆ ਰਹੀ ਹੈ ਚੀਜ਼ਾਂ, ਮਤਲਬ ਐਵੀਡੈਂਸ ਬਹੁਤ ਚਿੱਠੀਆਂ ਲੱਭ ਰਹੀਆਂ ਸਾਨੂੰ ਕਿਤੇ ਕੁਛ ਇਹਦੇ ਖਿਲਾਫ ਕੋਈ ਮਟੀਰੀਅਲ। ਸੋ ਐਵੀਡੈਂਸ ਵੀ ਬਹੁਤ ਆ ਰਹੀ ਹੈ, ਹੋਰ ਨਵੀਆਂ ਜਾਂ ਮਤਲਬ ਪੁਰਾਣੇ ਕੇਸਿਸ ਦੇ ਫੈਕਟਸ ਵੀ ਹੋਰ ਅੱਗੇ ਆ ਰਹੇ ਹੈ। ਸੋ ਬਟ ਦੇਖੋ ਜੀ ਕਿੰਨਾ ਟਾਈਮ ਲੱਗਦਾ। ਸਰ ਲਾਸਟ ਸਵਾਲ ਹੈ, ਫਰਦਰ ਇਸ ਕੇਸ ਦੇ ਵਿੱਚ ਕੀ ਹੋਣ ਵਾਲਾ ਹੈ? ਕਿਉਂਕਿ ਕੋਰਟ ਦੇ ਵਿੱਚੋਂ ਉਹਨਾਂ ਨੂੰ ਰਿਲੀਫ ਮਿਲਦੀ ਹੈ, ਤੁਹਾਡੇ ਵੱਲੋਂ ਕੇਸ ਦਰਜ ਕਰਵਾ ਦਿੱਤਾ ਜਾਂਦਾ 302 ਦਾ। ਫਰਦਰ ਇਸ ਕੇਸ ਦੇ ਵਿੱਚ ਕੀ ਹੋਣ ਵਾਲਾ ਤੁਹਾਡੇ ਵੱਲੋਂ ਤੇ ਸੁਮੇਧ ਸਿੰਘ ਸੈਣੀ ਹੋਰੀ ਕੀ ਰਸਤਾ ਬਣਾ ਸਕਦੇ? ਸੁਮੇਧ ਸੈਣੀ ਨੇ ਹਾਈ ਕੋਰਟ ਦੇ ਵਿੱਚ ਆਪਣੀ ਐਂਟੀਸਪੇਟਰੀ ਬੇਲ ਪਾਈ ਹੋਈ ਹੈ। ਥਲੜੀ ਕੋਰਟ ਦਾ ਜਿਹੜਾ ਆਰਡਰ ਹੈ ਉਹ ਚੈਲੰਜ ਕੀਤਾ ਹੋਇਆ। ਅਸੀਂ ਥਲੜੀ ਕੋਰਟ ਦੇ ਵਿੱਚ ਐਪਲੀਕੇਸ਼ਨ ਪਾ ਰੱਖੀ ਹੈ ਕਿ ਜੀ ਜਿਹੜੀ ਇਹਦੀ ਪੁਰਾਣੀ ਜ਼ਮਾਨਤ ਹੈ ਉਹ ਰੱਦ ਕੀਤੀ ਜਾਵੇ ਜਿਹੜੀ ਇਹਨੂੰ ਮਿਲੀ ਹੈ, ਕਿਉਂਕਿ ਉਹਦੇ ਵਿੱਚ ਕੰਡੀਸ਼ਨ ਸੀ ਕਿ ਘਰੋਂ ਨਹੀਂ ਭੱਜੂਗਾ ਲੋਕਡਾਊਨ ਪੀਰੀਅਡ ਜੀ। ਇਹ ਘਰੋਂ ਫਰਾਰ ਹੋਇਆ ਜੀ। ਸੋ ਇਸ ਕਰਕੇ ਇਹਨੇ ਉਹ ਕੰਡੀਸ਼ਨ ਹੀ ਐਂਟੀਸਪੇਟਰੀ ਬੇਲ ਦੀ ਵਾਇਲੇਟ ਕੀਤੀ ਹੈ, ਜਿਹਦੇ ਕਰਕੇ ਇਹਦੇ ਤੇ ਇਹਨੂੰ ਰਿਲੀਫ ਨਹੀਂ ਮਿਲਣਾ ਚਾਹੀਦਾ ਜੀ। ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਇਹ ਗਿਆ ਉਹਦੇ 'ਚ ਦੇਖਦੇ ਹਾਂ ਕਿੱਥੇ ਉਹ ਮੈਟਰ ਦੇ ਵਿੱਚ ਕੀ ਬਹਿਸ ਹੁੰਦੀ ਹੈ, ਕੀ ਫੈਸਲਾ ਹੁੰਦਾ ਜੀ। ਉਹ ਹੁਣ ਜਾਂ ਕੱਲ੍ਹ ਲਿਸਟ ਹੋਊਗੀ ਇਹਦੀ ਜਾਂ ਮੰਡੇ ਜੀ। ਬਹੁਤ ਧੰਨਵਾਦ। ਤਾਂ ਤੁਹਾਡਾ ਧੰਨਵਾਦ ਹੈ ਜੀ, ਤੁਸੀਂ ਬਹੁਤ ਸਾਡੇ ਵਾਸਤੇ ਸਮਾਂ ਕੱਢਿਆ। ਤਾਂ ਇਹ ਸਨ ਸਾਡੇ ਨਾਲ ਐਡਵੋਕੇਟ ਪ੍ਰਦੀਪ ਸਿੰਘ ਵਿਰਕ, ਜਿਨ੍ਹਾਂ ਦੇ ਵੱਲੋਂ ਬਲਵਿੰਦਰ ਸਿੰਘ ਮੁਲਤਾਨੀ ਹੋਰਾਂ ਦਾ ਕੇਸ ਜਿਹੜਾ ਬੇਬਾਕੀ ਦੇ ਨਾਲ ਲੜਿਆ ਜਾ ਰਿਹਾ ਹੈ, ਪੈਰਵਾਈ ਕਰ ਰਹੇ ਨੇ ਪੂਰੇ ਕੇਸ ਦੀ। ਤੇ ਇਸ ਮਾਮਲੇ ਦੇ ਵਿੱਚ ਸੁਮੇਧ ਸਿੰਘ ਸੈਣੀ ਹੋਰਾਂ ਤੇ ਗ੍ਰਿਫਤਾਰੀ ਦੀ ਤਲਵਾਰ ਤਾਂ ਲਗਾਤਾਰ ਲਟਕੀ ਰਹੀ ਹੈ, ਪਰ ਬਹੁਤ ਸਾਰੇ ਸਵਾਲੀਆ ਚਿੰਨ੍ਹ ਸਿਸਟਮ ਤੇ ਜ਼ਰੂਰ ਖੜੇ ਹੁੰਦੇ ਹੈ ਕਿ ਸੁਮੇਧ ਸਿੰਘ ਸੈਣੀ ਖੁਦ ਡੀਜੀਪੀ ਸੀ, ਕੀ ਉਹਨਾਂ ਦਾ ਦਬਦਬਾ ਹਾਲੇ ਵੀ ਉਸੇ ਤਰ੍ਹਾਂ ਕਾਇਮ ਹੈ? ਰਿਟਾਇਰ ਹੋਣ ਤੋਂ ਬਾਅਦ ਵੀ ਕੀ ਸਿਸਟਮ ਨੂੰ ਉਹ ਡੈਮੇਜ ਕਰ ਸਕਦੇ ਆ ਆਪਣੇ ਨਿੱਜੀ ਸਵਾਰਥ ਦੇ ਲਈ? ਇਸੇ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਹਾਲੇ ਵੀ ਹਵਾ 'ਚ ਲਟਕ ਰਹੇ ਆ। ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਦੇ ਜੋ ਆਰਡਰ ਜਾਰੀ ਹੋਏ ਆ
ਉਹ ਅੱਗੇ ਇਸੇ ਤਰ੍ਹਾਂ ਬਰਕਰਾਰ ਰਹਿੰਦੇ ਨੇ ਜਾਂ ਫਿਰ ਸੁਮੇਧ ਸੈਣੀ ਨੂੰ ਕੋਈ ਰਿਲੀਫ ਮਿਲਦੀ ਹੈ। ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਬਹੁਤ ਸਾਰੇ ਇਸ ਕੇਸ ਦੇ ਨਾਲ ਜੁੜੇ ਹੋਏ ਹੋਰ ਵੀ ਇਫੈਕਟ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਸਮਾਂ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੈ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 1982 ਬੈਚ ਦੇ ਆਈਪੀਐਸ ਅਫਸਰ ਹਨ। ਸੈਣੀ 6 ਜ਼ਿਲ੍ਹਿਆਂ ਦੇ ਆਈਪੀਐਸ ਰਹਿ ਚੁੱਕੇ ਨੇ।